सिर्फ 72 घंटिਆਂ बाद जेल च भज्जण तो बाद 72 घंटिਆਂ बाद शीरा तोरी दुबारे फड़िया गया। वो हथकड़ी खोलदा सी तां कंधां उत्ते चढ़न की कोशिश करन लग जांदा सी छिपकली की तरह। तां ਉਹਨੂੰ हथकड़ी लवाई पिछे बांह करके बिना की होल वाली जिहदे जिंदा नहीं लगदा सी, सीधे संगल बिल्ड किए गए सी मिस्त्री नूं सद्द के ते ਉਹਦੇ पैरां नूं भी बेड़ियां लगा दित्तियां गईयां सी, ਜਿਹੜੀਆਂ कि ਉਹਨੂੰ 15 ਦਿਨਾਂ ਬਾਅਦ ਖੂਬਦੇ ਸੀਗੇ। ਇੱਕ ਦਿਨ 14-15 ਦਿਨਾਂ ਬਾਅਦ ਜੇ ਕਿਤੇ ਜਾਪਾਨੀ ਪੁਲਿਸ ਨੂੰ ਤਰਸ ਆ ਜਾਂਦਾ ਸੀ ਤਾਂ ਉਹ 15-14 ਦਿਨਾਂ ਬਾਅਦ ਖੋਲ੍ਹਦੇ ਸੀਗੇ। ਤਾਂ ਦੋਸਤੋ ਉਹਨੂੰ ਖੋਲ੍ਹਣ ਵਾਸਤੇ ਵੀ 2 ਘੰਟੇ ਲੱਗਦੇ ਸੀ ਤੇ ਸਪੈਸ਼ਲ ਮਿਸਤਰੀ ਸੱਦਣਾ ਪੈਂਦਾ ਸੀ ਉਹ ਹੱਥਕੜੀ ਨੂੰ ਵੱਢਣ ਵਾਸਤੇ। ਕਿ ਆਪਾਂ ਸ਼੍ਰੀ ਜੇਲ੍ਹ ਦਾ ਇਹ ਰਿਕਾਰਡ ਸੀ, ਉੱਥੋਂ ਕੋਈ ਭੱਜ ਨਹੀਂ ਸਕਿਆ ਸੀ ਜੇਲ੍ਹ ਤੋੜ ਕੇ, ਜਾਣੀ ਕਿ ਨਿਰੀ ਮੌਤ ਸੀ ਆਲੇ ਦੁਆਲੇ। ਇੰਨੀ ਬਰਫੀਲਾ ਸੀਗਾ ਏਰੀਆ ਤੇ ਕੋਈ ਭੱਜ ਨਹੀਂ ਸਕਦਾ ਸੀ, ਉੱਥੋਂ ਰਿਕਾਰਡ ਸੀਗਾ ਉਹ ਜੇਲ੍ਹ ਦਾ। ਗੁਫਾ ਦੇ ਵਿੱਚ ਜਾ ਕੇ ਰਹਿਣਾ ਸਟਾਰਟ ਕਰਤਾ ਉਹਨੇ। 2 ਸਾਲ ਤੱਕ ਉਹ ਗੁਫਾ ਦੇ ਵਿੱਚ ਰਿਹਾ। ਤਾਂ ਲਾਗੇ ਨਾ ਇੱਕ ਟਮਾਟਰ ਦਾ ਖੇਤ ਸੀ, ਉਹਦੇ ਵਿੱਚੋਂ ਉਹ ਟਮਾਟਰ ਤੋੜ ਕੇ ਖਾਣ ਲੱਗ ਗਿਆ। ਉਹ ਜਿਹੜਾ ਖੇਤ ਦਾ ਮਾਲਕ ਸੀਗਾ, ਜ਼ਿਮੀਂਦਾਰ ਸੀਗਾ, ਉਹਨੇ ਉਹਨੂੰ ਰੋਕਿਆ ਤਾਂ ਉਹਦੇ ਨਾਲ ਹੱਥੋਂ ਪੈਰ ਲੜਾਈ ਸਟਾਰਟ ਹੋ ਗਈ। ਲੜਾਈ ਦੇ ਵਿੱਚ ਕਿਤੇ ਗੁੱਝੀ ਸੱਟ ਲੱਗ ਗਈ ਤੇ ਉਹ ਜਿਹੜਾ ਕਿਸਾਨ ਸੀਗਾ ਉਹ ਮਰ ਗਿਆ। ਪੁਲਿਸ ਨੇ ਫੇਰ ਫੜ ਲਿਆ ਉਹਨੂੰ। ਬੈਠਾ ਲੋਕਾਂ ਨੂੰ ਕੀ ਪਤਾ ਵੀ ਇਹ ਸ਼ੀਰਾ ਤੋਰੀ ਆ ਨਾ। ਤਾਂ ਉਹਦੇ ਬੈਂਚ ਦੇ ਉੱਤੇ ਆ ਕੇ ਇੱਕ ਪੁਲਿਸ ਵਾਲਾ ਬੈਠ ਗਿਆ। ਜਦੋਂ ਪੁਲਿਸ ਵਾਲਾ ਬੈਠ ਗਿਆ, ਪੁਲਿਸ ਵਾਲੇ ਨੇ ਸ਼ੀਰਾ ਤੋਰੀ ਡਰ ਗਿਆ। ਉਸ ਨੂੰ ਇਸ ਤਰ੍ਹਾਂ ਲੱਗਿਆ ਵੀ ਲੈ ਵੀ ਹੁਣ ਉਹ ਫੜਿਆ ਜਾਊਗਾ, ਪਰ ਉਹ ਕੁਛ। ਸਵਾਗਤ ਕਰਦੇ ਹਾਂ ਤੁਹਾਡਾ ਰਿਵਰਲੈਂਡ ਟੀਵੀ ਦੇ ਉੱਤੇ। ਅੱਜ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਲੱਗੇ ਹਾਂ ਜਿਸ ਦੇ ਵਿੱਚ ਆਪਾਂ ਮਨੋਰੰਜਕ ਤੇ ਇੰਟਰਸਟਿੰਗ ਕਹਾਣੀਆਂ ਸੁਣਾਇਆ ਕਰਾਂਗੇ ਤੇ ਸੱਚੀਆਂ ਕਹਾਣੀਆਂ ਹੋਇਆ ਕਰਨਗੀਆਂ ਉਹ। ਅੱਜ ਆਪਾਂ ਜਿਸ ਗੱਲ ਕਰਨ ਲੱਗੇ ਹਾਂ, ਜਿਸ ਬੰਦੇ ਦੀ, ਉਹ ਜਾਪਾਨ ਦਾ ਵਸਨੀਕ ਹੈ। ਉਸ ਦਾ ਨਾਂ ਜੋਸ਼ੇ ਸ਼ੀਰਾ ਤੋਰੀ ਹੈ। ਤੇ ਉਹਦੀਆਂ ਜੇ ਖੂਬੀਆਂ ਦੀ ਗੱਲ ਕਰਾਂ ਜਿਹੜੀਆਂ ਉਹਨੇ ਜੇਲ੍ਹ ਤੋੜਨ ਵਿੱਚ ਵਰਤੀਆਂ, ਤਾਂ ਉਹ ਕਿਸੇ ਵੀ ਮਤਲਬ ਹੱਥਕੜੀ ਨੂੰ ਖੋਲ੍ਹ ਲੈਂਦਾ ਸੀ। ਦੁਨੀਆ ਦੀ ਕੋਈ ਵੀ ਹੱਥਕੜੀ ਖੋਲ੍ਹਣ ਦਾ ਮਾਦਾ ਰੱਖਦਾ ਸੀ। ਹੱਥਕੜੀ ਨੂੰ ਤੋੜ ਵੀ ਦਿੰਦਾ ਸੀ। ਤੋੜ ਇੰਨੀ ਜਾਨ ਸੀਗੀ ਉਹਦੇ 'ਚ ਵੀ ਹੱਥਕੜੀ ਤੋੜ ਦਿੰਦਾ ਸੀ। ਛਿਪਕਲੀ ਦੀ ਤਰ੍ਹਾਂ ਕੰਧ ਦੇ ਉੱਤੇ ਚੜ੍ਹ ਜਾਂਦਾ ਸੀ। ਦੂਜੀ ਵੱਡੀ ਗੱਲ, ਆਪਦੇ ਸਾਰੇ ਅੰਗਾਂ ਨੂੰ ਡਿਸਲੋਕੇਟ ਕਰ ਲੈਂਦਾ ਸੀ। ਪੈਰਾਂ ਨੂੰ ਦੂਜੇ ਪਾਸੇ ਘੁਮਾ ਲੈਂਦਾ ਸੀ, ਮੋਢਿਆਂ ਨੂੰ ਥੱਲੇ ਲਾ ਲੈਂਦਾ ਸੀ। ਇਸ ਤਰ੍ਹਾਂ ਕਰਕੇ ਉਹ ਜੇਲ੍ਹਾਂ ਤੋੜਨ ਦੇ ਵਿੱਚ ਫਰਾਰ ਹੋਇਆ। ਕਿਸ ਤਰ੍ਹਾਂ ਉਹਨੇ ਇਹ ਕਾਰਨਾਮੇ ਆਪਦੇ ਅੰਜਾਮ ਦਿੱਤੇ ਆਪਾਂ ਅੱਗੇ ਕਹਾਣੀ ਦੇ ਵਿੱਚ ਸੁਣਾਂਗੇ। ਦੂਜੀ ਗੱਲ ਜਿਹੜੀ ਤੁਹਾਨੂੰ ਮੈਂ ਕਹਿਣ ਲੱਗਿਆਂਗਾ, ਜੇ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦੀ ਕੋਈ ਕਹਾਣੀ ਹੈ ਜਿਹੜੀ ਤੁਸੀਂ ਦਰਸ਼ਕਾਂ ਦੇ ਸਨਮੁਖ ਰੱਖਣਾ ਚਾਹੁੰਦੇ ਆ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਅਸੀਂ ਤੁਹਾਡੀ ਕਹਾਣੀ ਨੂੰ ਵਧੀਆ ਰੂਪ ਤੇ ਵਧੀਆ ਢੰਗ ਦੇ ਵਿੱਚ ਪੇਸ਼ ਕਰਾਂਗੇ ਤੇ ਆਪਾਂ ਲੋਕਾਂ ਦੇ ਮੂਹਰੇ ਆਪਣੀ ਗੱਲਬਾਤ ਰੱਖਾਂਗੇ। ਧੰਨਵਾਦ ਜੀ। ਆਪਣੀ ਅੱਜ ਦੀ ਕਹਾਣੀ ਦਾ ਤੁਸੀਂ ਆਨੰਦ ਲਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦਾ ਹੌਸਲਾ ਮਿਲੇ। ਪੇਸ਼ ਕਰਨ ਲੱਗੇ ਹਾਂ ਆਪਦੀ ਅੱਜ ਪਹਿਲੀ ਕਹਾਣੀ, ਜੋ ਕਿ ਜਾਪਾਨ ਦੇ ਇੱਕ ਨੌਜਵਾਨ ਦੀ ਕਹਾਣੀ ਹੈ ਜਿਸ ਨੇ 4 ਵਾਰੀ ਜੇਲ੍ਹ ਭੰਨੀ। ਉਹਨੇ ਕਿਉਂ ਜੇਲ੍ਹ ਭੰਨੀ, ਜੇਲ੍ਹ ਕਿਸ ਤਰ੍ਹਾਂ ਭੰਨੀ, ਇਹ ਆਪਾਂ ਕਹਾਣੀ ਦੇ ਵਿੱਚ ਗੱਲ ਕਰਦੇ ਹਾਂ। ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਉਹਨੇ ਕਿਹੜੇ ਤਰੀਕਿਆਂ ਦੇ ਨਾਲ ਉਹਨੇ ਜੇਲ੍ਹ ਬ੍ਰੇਕ ਕੀਤੀ। ਜੇ ਮੈਂ ਗੱਲ ਕਰਾਂ ਤਾਂ ਇਹ 1936 ਵੇਲੇ ਦੀ ਗੱਲ ਹੈ, ਜਾਪਾਨ ਦੀ 1936 ਵੇਲੇ ਦੀ ਗੱਲ ਹੈ। ਜੋਸ਼ੇ ਸ਼ੀਰਾ ਤੋਰੀ ਨਾਂ ਦਾ ਇਹ ਨੌਜਵਾਨ ਸੀ ਜਿਸ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਉਮੇਰੀ ਇੱਕ ਇਲਾਕਾ ਗਾ ਜਾਪਾਨ ਦਾ, ਉਮੇਰੀ ਦੀ ਅਦਾਲਤ ਨੇ ਜੇਲ੍ਹ ਦੇ ਵਿੱਚ ਬੰਦ ਕਰਤਾ ਕਤਲ ਦੀ ਸਜ਼ਾ ਦੇ ਵਿੱਚ। ਕਤਲ ਦਾ ਦੋਸ਼ ਸੀ ਉਹਦੇ ਉੱਤੇ। ਜਦੋਂ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੇਲ੍ਹ ਦੇ ਵਿੱਚ ਇੰਨਾ ਤਸ਼ੱਦਦ ਹੁੰਦਾ ਸੀ ਕੈਦੀਆਂ ਦੇ ਉੱਤੇ ਜਾਪਾਨ ਦੇ ਵਿੱਚ। ਉਹਨਾਂ ਟਾਈਮਾਂ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਸੀ ਕੈਦੀਆਂ ਦੀ। ਤਾਂ ਉਹ ਬੰਦਾ ਇੰਨਾ ਡਰ ਗਿਆ ਤੇ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਬਹੁਤ ਹੀ ਔਖਾ ਲੱਗ ਰਿਹਾ ਸੀ, ਬਹੁਤ ਹੀ ਮੁਸ਼ਕਿਲ ਦਿੱਕਤ ਮਹਿਸੂਸ ਹੋ ਰਹੀ ਸੀ। ਉੱਤੋਂ ਜਿਹੜੀ ਅਦਾਲਤ ਦੇ ਵਿੱਚ ਜਦੋਂ ਕੇਸ ਚੱਲ ਰਿਹਾ ਸੀ, ਜਿਹੜਾ ਸਰਕਾਰੀ ਵਕੀਲ ਸੀਗਾ ਉਹ ਉਹਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਿਹਾ ਸੀ। ਤਾਂ ਉਹ ਬੰਦਾ ਇੰਨਾ ਡਰ ਗਿਆ ਜੇਲ੍ਹ ਦੇ ਵਿੱਚ ਰਹਿੰਦਾ ਹੋਇਆ ਵੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ ਵੀ ਵਾਕਈ ਮੈਨੂੰ ਫਾਂਸੀ ਦੀ ਸਜ਼ਾ ਹੋਊਗੀ। ਇਸ ਤੋਂ ਬਚਣ ਦੇ ਲਈ ਮੇਰੇ ਕੋਲ ਇੱਕ ਹੀ ਤਰੀਕਾ ਵੀ ਮੈਂ ਜੇਲ੍ਹ ਤੋੜ ਕੇ ਭੱਜਾਂ। ਤਾਂ ਉਹਨੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋੜਨ ਦੀਆਂ ਬਿਉਂਤਾਂ ਸਟਾਰਟ ਕਰਤੀਆਂ। ਜੇਲ੍ਹ ਦੇ ਵਿੱਚ ਉਹਨੇ ਰੇਕੀ ਕੀਤੀ, ਮਤਲਬ ਦੇਖਿਆ ਵੀ ਗਾਰਡ ਕਿੰਨੇ ਵਜੇ ਆਉਂਦੇ ਆ, ਕਿੰਨੇ ਵਜੇ ਜਾਂਦੇ ਆ, ਕੀ ਇਹਨਾਂ ਦਾ ਡਿਊਟੀ ਟਾਈਮ ਆ, ਕਦੋਂ ਜੇਲ੍ਹ ਵਿਹਲੀ ਹੁੰਦੀ ਆ, ਕਦੋਂ ਮਤਲਬ ਕਿਹੜੇ ਟਾਈਮ ਉਹ ਬਚ ਕੇ ਨਿਕਲ ਸਕਦਾ ਗਾ। ਤਾਂ ਇਹ ਜਦੋਂ ਗੱਲਾਂ ਉਹ ਜਾਂਚ ਕਰ ਰਿਹਾ ਸੀ ਤਾਂ ਉਹਨੂੰ ਪਤਾ ਲੱਗਿਆ ਵੀ ਜੇਲ੍ਹ ਦੇ ਵਿੱਚ 15 ਮਿੰਟਾਂ ਬਾਅਦ ਗਾਰਡ ਗੇੜਾ ਮਾਰਦੇ ਆ। 15 ਮਿੰਟਾਂ ਦਾ ਵਿੱਚ ਇੱਕ ਗੈਪ ਮਿਲਦਾ ਸੀਗਾ ਜਿਹਦੇ ਵਿੱਚ ਦੀ ਉਹ ਭੱਜ ਸਕਦਾ ਸੀ। ਫਿਰ ਉਹਨੇ
ਇਹਦੇ ਉੱਤੇ ਪੱਕਾ ਕੀਤਾ ਇਹ ਕੰਮ ਨੂੰ ਵੀ ਇਹ ਵਾਕਈ 15 ਮਿੰਟ ਦਾ ਗੈਪ ਹੈਗਾ ਤਾਂ ਉਹਨੇ ਇੱਕ ਸਵੇਰ ਜੇਲ੍ਹ ਦੇ ਵਿੱਚੋਂ ਭੱਜਣ ਬਾਰੇ ਸੋਚਿਆ ਤਾਂ ਉਹਨੇ 5:30 ਵਜੇ ਇਹ ਕੰਮ ਸਟਾਰਟ ਕੀਤਾ ਭੱਜਣ ਵਾਸਤੇ। ਇਹਦੇ ਵਿੱਚ ਇੱਕ ਗੱਲ ਮੈਂ ਹੋਰ ਜੋੜਦਾ ਵੀ ਉਹਨੇ ਭੱਜਣ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ। ਉਹਨੇ ਜਿਹੜੀ ਜੇਲ੍ਹ ਦੇ ਵਿੱਚ ਨਹਾਉਣ ਵਾਸਤੇ ਬਾਲਟੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਉਹਨਾਂ ਦੇ ਤਾਰਾਂ ਨੂੰ ਵਰਤਿਆ। ਤਾਰਾਂ ਨੂੰ ਉਹਨੇ ਸਾਂਭ ਕੇ ਰੱਖ ਲਿਆ ਜੇਲ੍ਹ ਦੇ ਤਾਲੇ ਖੋਲ੍ਹਣ ਦੇ ਲਈ। ਤਾਂ ਜਿਹੜੀ ਆਪਾਂ ਗੱਲ ਦੁਬਾਰੇ ਸਟਾਰਟ ਕਰਦੇ ਹਾਂ 5:30 ਵਜੇ ਜਦੋਂ ਉਹਨੇ ਉਹ ਜੇਲ੍ਹ 'ਚੋਂ ਭੱਜਣਾ ਸਟਾਰਟ ਕੀਤਾ ਤਾਂ ਉਹਨੇ ਦੇਖਿਆ ਵੀ ਆਪਦੀ ਜਿਹੜੀ ਹਵਾਲਾ 'ਚੋਂ ਬੰਦ ਸੀ ਉਹਦੇ ਸਣੇ 5 ਹੋਰ ਜਿੰਦੇ ਸੀ ਜਿਹੜੇ ਉਹਨੂੰ ਖੋਲ੍ਹਣੇ ਪੈਣੇ ਸੀ ਭੱਜਣ ਵਾਸਤੇ। ਤਾਂ ਉਹੀ ਤਾਰ ਜਿਹੜੀ ਉਹਨੇ ਨਹਾਉਣ ਵਾਲੀ ਬਾਲਟੀ ਦੇ ਉੱਤੋਂ ਉਤਾਰੀ ਸੀ ਤਾਂ ਉਹੀ ਤਾਰ ਦੇ ਨਾਲ ਉਹਨੇ 6 ਦੇ 6 ਜਿੰਦੇ ਖੋਲ੍ਹ ਲਏ ਅਤੇ 5:30 ਵਜੇ ਉਹਨੇ ਇਹ ਕੰਮ ਸਟਾਰਟ ਕੀਤਾ ਤਾਂ 5:45 ਵਜੇ ਤੱਕ ਉਹ ਜੇਲ੍ਹ ਦੇ ਵਿੱਚੋਂ ਭੱਜ ਚੁੱਕਿਆ ਸੀ। ਇਹ ਸੀਗਾ ਉਹਦਾ ਪਹਿਲਾ ਜੇਲ੍ਹ ਬ੍ਰੇਕ। ਪਹਿਲੇ ਜੇਲ੍ਹ ਬ੍ਰੇਕ ਤੋਂ ਬਾਅਦ ਪੈਸੇ ਤਾਂ ਸ਼ੀਰਾ ਤੋਰੀ ਕੋਲੇ ਹੈ ਨਹੀਂ ਸੀਗੇ ਤਾਂ ਉਹਨੇ ਪੈਸੇ ਵੀ ਚਾਹੀਦੇ ਸੀ, ਪੈਸੇ ਇਕੱਠੇ ਕਰਨ ਲਈ ਇੱਕ ਹਸਪਤਾਲ ਦੇ ਵਿੱਚ ਗਿਆ। ਉਹਨੂੰ ਐਂ ਸੀ ਵੀ ਹਸਪਤਾਲ 'ਚੋਂ ਸਮਾਨ ਸਮੂਨ ਚੱਕ ਕੇ ਵੇਚ ਦਾਂਗੇ ਅਤੇ ਜੇਬ 'ਚ ਪੈਸੇ ਆਉਣਗੇ ਅਤੇ ਦਿਨ ਕੱਟਣੇ ਸਟਾਰਟ ਕਰ ਲਾਂਗੇ। ਪਰ ਮਾੜੀ ਕਿਸਮਤ ਹਸਪਤਾਲ ਦੇ ਸਟਾਫ ਨੂੰ ਇਹ ਗੱਲ ਪਤਾ ਲੱਗ ਗਈ ਵੀ ਇਹ ਚੋਰ ਆ ਅਤੇ ਚੋਰੀ ਕਰਨ ਦੇ ਵਜ੍ਹਾ ਦੇ ਕਰਕੇ ਹਸਪਤਾਲ 'ਚ ਦਾਖਲ ਹੋਇਆ ਗਾ। ਉਹਨਾਂ ਨੇ ਪੁਲਿਸ ਨੂੰ ਸੱਦ ਲਿਆ ਅਤੇ ਸ਼ੀਰਾ ਤੋਰੀ ਗ੍ਰਿਫਤਾਰ ਕਰਵਾਤਾ। ਇਹ ਘਟਨਾ ਤੀਜੇ ਦਿਨ ਹੋ ਗਈ। ਸਿਰਫ 72 ਘੰਟਿਆਂ ਬਾਅਦ ਜੇਲ੍ਹ 'ਚ ਭੱਜਣ ਤੋਂ ਬਾਅਦ 72 ਘੰਟਿਆਂ ਬਾਅਦ ਸ਼ੀਰਾ ਤੋਰੀ ਦੁਬਾਰੇ ਫੜਿਆ ਗਿਆ। ਤਾਂ ਜਦੋਂ ਅਦਾਲਤ ਨੇ ਦੁਬਾਰੇ ਦੇਖਿਆ ਵੀ ਇਹ ਬੰਦਾ ਫੜਿਆ ਗਿਆ ਤਾਂ ਉਹਨੂੰ ਜਿਹੜਾ ਚੱਲ ਰਹੇ ਕਤਲ ਕੇਸ ਅਤੇ ਇਹ ਜੇਲ੍ਹ ਫਰਾਰੀ ਦੋਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਮਰ ਕੈਦ ਦੀ ਸਜ਼ਾ ਦੇ ਕੇ ਜਾਪਾਨ ਦੇ ਇੱਕ ਨਾਰਥ ਇਲਾਕੇ ਦੇ ਵਿੱਚ ਅਕੀਤਾ ਸੈਂਟਰਲ ਜੇਲ੍ਹ ਜਾਣੀ ਅਕੀਤਾ ਸ਼ਹਿਰ ਦੇ ਵਿੱਚ ਜਿਹੜੀ ਸੈਂਟਰਲ ਜੇਲ੍ਹ ਬਣੀ ਵੀ ਸੀ ਉਸ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ। ਇੱਕ ਤਾਂ ਨਾਰਥ ਦਾ ਏਰੀਆ ਹੋਣ ਕਰਕੇ ਉਹ ਇਲਾਕਾ ਵੀ ਜ਼ਿਆਦਾ ਠੰਡਾ ਸੀ। ਉਸ ਜੇਲ੍ਹ ਦੇ ਵਿੱਚ ਵੀ ਜਿਹੜੇ ਗਾਰਡ ਸੀਗੇ ਉਹਨੂੰ ਹੋਰ ਵੀ ਜ਼ਿਆਦਾ ਨਫ਼ਰਤ ਕਰਨ ਲੱਗ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਪਹਿਲੀ ਜੇਲ੍ਹ ਤੋੜ ਕੇ ਭੱਜ ਕੇ ਆਇਆ ਹੋਇਆ ਇਹ। ਤਾਂ ਉਹ ਜ਼ਿਆਦਾ ਤਸ਼ੱਦਦ ਉਹਦੇ 'ਤੇ ਕਰਨ ਲੱਗ ਗਏ, ਜ਼ਿਆਦਾ ਕੰਮ ਕਰਾਉਣ ਲੱਗ ਗਏ ਉਹਦੇ ਤੋਂ ਅਤੇ ਜਾਣੀ ਉੱਥੋਂ ਜੇਲ੍ਹ ਦੇ ਜਿਹੜੇ ਕੈਦੀ ਸੀ ਉਹ ਵੀ ਉਹਨੂੰ ਕੁੱਟਣ ਮਾਰਨ ਲੱਗ ਗਏ। ਜੇਲ੍ਹ ਦੇ ਵਿੱਚ ਇੱਕ ਜਿਹੜਾ ਹੈੱਡ ਗਾਰਡ ਸੀਗਾ ਉਹ ਇਕੱਲਾ ਇੱਕ ਐਸਾ ਬੰਦਾ ਸੀਗਾ, ਕੋਬਾ ਜੋਸ਼ੀ ਨਾਂ ਦਾ ਬੰਦਾ ਸੀਗਾ ਜਿਹੜਾ ਉਹਨੇ ਹਮਦਰਦੀ ਦਿਖਾਉਂਦਾ ਸੀ ਸ਼ੀਰਾ ਤੋਰੀ ਦੇ। ਉਹ ਜਦੋਂ ਉਹਨੂੰ ਕੁੱਟਦੇ ਮਾਰਦੇ ਦੇਖਦਾ ਸੀ ਤਾਂ ਉਹ ਕਹਿੰਦਾ ਸੀ ਨਾ ਯਾਰ ਇਹਨੂੰ ਮਤਲਬ ਹਮਦਰਦੀ ਜਤਾਉਂਦੇ ਵੀ ਨਾ ਕੁੱਟੋ। ਤਾਂ ਸ਼ੀਰਾ ਤੋਰੀ ਨੇ ਸੋਚਿਆ ਵੀ ਜੇਲ੍ਹ ਦੇ ਵਿੱਚ ਇਕਲੌਤਾ ਇਹੀ ਇੱਕ ਬੰਦਾ ਜਿਹੜਾ ਵੀ ਮੰਨ ਲਓ ਵੀ ਜਿਹਦੇ ਵਿੱਚ ਦਰਦ ਹੈ ਵੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਗਾ ਦੂਜਿਆਂ ਨੂੰ। ਆਪਾਂ ਕਹਾਣੀ ਨੂੰ ਅੱਗੇ ਤੋਰਦੇ ਹਾਂ ਤਾਂ ਉਹਨੇ ਇਹ 36 ਦੇ ਵਿੱਚ ਉਹਨੂੰ ਸਜ਼ਾ ਮਿਲੀ ਤਾਂ 1942 ਤੱਕ ਉਹਨੇ ਉਹ ਜੇਲ੍ਹ ਦੇ ਵਿੱਚ ਰਿਹਾ। 1942 ਤੱਕ ਤਾਂ ਜਿਹੜਾ ਦੂਜਾ ਸੈਕੰਡ ਵਰਲਡ ਵਾਰ ਵੀ ਸਟਾਰਟ ਹੋ ਗਈ ਸੀ। ਜਾਪਾਨ ਦਾ ਅਮਰੀਕਾ ਨਾਲ ਯੁੱਧ ਚੱਲ ਰਿਹਾ ਸੀਗਾ। ਤਾਂ ਸੈਕੰਡ ਵਰਲਡ ਵਾਰ ਜਦੋਂ ਸਟਾਰਟ ਹੋਈ ਵੀ ਸੀਗੀ ਤਾਂ 15 ਜੂਨ ਨੂੰ ਮਤਲਬ ਉਹ ਜੇਲ੍ਹ ਤੋੜ ਕੇ ਭੱਜ ਗਿਆ, ਸੈਕੰਡ ਜੇਲ੍ਹ ਬ੍ਰੇਕ। ਹੁਣ ਇਹ ਹੋਇਆ ਕਿਵੇਂ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜੇਲ੍ਹ ਦੇ ਵਿੱਚ ਉਹਦੇ ਤਸ਼ੱਦਦ ਹੋਣ ਲੱਗ ਗਿਆ ਬਹੁਤ ਜ਼ਿਆਦਾ। ਤਾਂ ਉਹਨੇ 6 ਸਾਲ ਦੀ ਸਜ਼ਾ ਤਾਂ ਉਹ ਭੁਗਤੀ ਚੁੱਕਿਆ ਸੀ, 6 ਸਾਲ ਦੀ ਸਜ਼ਾ। ਤਾਂ ਉਹਨੇ ਸੋਚਿਆ ਯਾਰ ਇੱਥੇ ਰਹਿਣਾ ਨਹੀਂ, ਇੱਥੋਂ ਭੱਜਿਆ ਜਾਵੇ, ਇਹ ਜੇਲ੍ਹ ਨੂੰ ਵੀ ਤੋੜ ਕੇ ਭੱਜਾਂਗੇ। ਤਾਂ ਉਹਨੇ ਉਹ 6 ਸਾਲਾਂ ਦੇ ਵਿੱਚ ਜਿਹੜੇ 6 ਮਹੀਨੇ ਉਦੋਂ ਪਹਿਲਾਂ ਮੰਨ ਲਓ ਇੱਕ ਪ੍ਰੈਕਟਿਸ ਸਟਾਰਟ ਕਰ ਲਈ ਕਮਰੇ ਦੇ ਵਿੱਚ। ਜਦੋਂ ਸ਼ਿਫਟ ਚੇਂਜ ਹੁੰਦੀ ਸੀਗੀ, ਜਦੋਂ ਗਾਰਡ ਦਰਵਾਜ਼ੇ ਦੇ ਉੱਤੋਂ ਚਲਿਆ ਜਾਂਦਾ ਸੀ 15 ਤੋਂ 20 ਮਿੰਟਾਂ ਵਾਸਤੇ ਤਾਂ ਉਹ ਹੱਥ ਘੜੀ ਖੋਲ੍ਹਦਾ ਸੀ ਤਾਂ ਕੰਧਾਂ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਸੀ ਛਿਪਕਲੀ ਦੀ ਤਰ੍ਹਾਂ। ਤਾਂ ਐਂ ਕਰਦੇ ਕਰਦੇ ਇਹ ਰੋਜ਼ ਕਰਦੇ ਕਰਦੇ ਉੱਪਰ ਚੜ੍ਹਨ ਲੱਗ ਗਿਆ। ਉੱਪਰ ਚੜ੍ਹ ਕੇ ਜਾ ਕੇ ਉਹ ਜਿਹੜੀ ਉੱਪਰ ਜਾਲੀ ਲੱਗੀ ਸੀ ਲੱਕੜ ਦੇ ਫਰੇਮ ਦੇ ਵਿੱਚ ਫਿੱਟ ਕੀਤੀ ਸੀ ਉਹਨੂੰ ਉਹ ਧੱਕੇ ਮਾਰ ਕੇ ਕਮਜ਼ੋਰ ਕਰਨ ਲੱਗ ਗਿਆ। ਡੇਲੀ ਉਹ ਕਰਦੇ ਕਰਦੇ ਜਦੋਂ ਉਹਨੇ ਦੇਖਿਆ ਵੀ ਇਹ ਜਾਲੀ ਹੁਣ ਕਮਜ਼ੋਰ ਹੋ ਚੁੱਕੀ ਆ ਵੀ ਹੁਣ ਮੈਂ ਭੱਜ ਸਕਦਾ ਗਾ। ਪਰ ਉਹਨੇ ਇਹ ਵੀ ਗੱਲ ਦੀ ਨਿਗਾਹ ਰੱਖੀ ਵੀ ਜਦੋਂ ਮੈਂ ਉੱਤੋਂ ਜਾ ਕੇ ਭੱਜੂਗਾ ਤਾਂ ਮੇਰੀ ਜਿਹੜੀ ਪੈਰਾਂ ਦੀ ਆਵਾਜ਼ ਦੇ ਨਾਲ ਵੀ ਜੇਲ੍ਹ ਸਟਾਫ ਸੁਚੇਤ ਹੋ ਜੂਗਾ, ਦੁਬਾਰੇ ਉਹਨੂੰ ਪਤਾ ਲੱਗ ਜੂ ਵੀ ਕੋਈ ਬੰਦਾ ਹੈਗਾ ਜਿਹੜਾ ਜੇਲ੍ਹ ਤੋੜ ਕੇ ਭੱਜ ਰਿਹਾ ਹੈਗਾ। ਤਾਂ ਉਹਨੇ ਵੇਟ ਕੀਤੀ। ਇੱਕ ਦਿਨ ਆਇਆ ਜਿਹੜਾ 15 ਜੂਨ 1942 ਨੂੰ ਤੂਫਾਨੀ ਰਾਤ ਆਈ ਜਿਸ 'ਚ ਮੀਂਹ ਪੈ ਰਿਹਾ ਸੀ, ਬੱਦਲ ਗਰਜ ਰਹੇ ਸੀ। ਤਾਂ ਉਹਨੇ ਉਹ ਜਦੋਂ 15 ਮਿੰਟ ਤੋਂ 20 ਮਿੰਟ ਦਾ ਟਾਈਮ ਮਿਲਿਆ ਤਾਂ ਉਹਨੇ ਉੱਪਰ ਚੜ੍ਹ ਕੇ ਉਹਨੂੰ ਧੱਕੇ ਮਾਰ ਕੇ ਜਾਲੀ ਨੂੰ ਤੋੜ ਲਿਆ ਅਤੇ ਛੱਤ ਤੋੜ ਕੇ ਉਹ ਭੱਜ ਗਿਆ। ਠੀਕ ਹੈ। ਜਦੋਂ 15 ਤੋਂ 20 ਮਿੰਟਾਂ ਬਾਅਦ ਗਾਰਡ ਆਇਆ, ਗਾਰਡ ਦੇ ਦੇਖ ਕੇ ਹੈਰਾਨ ਹੋ ਗਿਆ ਵੀ ਇੱਥੇ ਤਾਂ ਹੈ ਹੀ ਨਹੀਂ ਬੰਦਾ, ਹੱਥ ਕੜੀ ਥੱਲੇ ਪਈ ਆ ਅਤੇ ਸ਼ੀਰਾ ਤੋਰੀ ਜੇਲ੍ਹ ਦੇ ਵਿੱਚੋਂ
ਉਹ ਜਿਹੜਾ ਉਹਨਾਂ ਨੇ ਖਾਸ ਸੈੱਲ ਉਹਦੇ ਵਾਸਤੇ ਬਣਾਈ ਸੀ ਉਹਦੇ ਵਿੱਚੋਂ ਫਰਾਰ ਹੋ ਗਿਆ। ਉਹਨਾਂ ਨੇ ਅਲਾਰਮ ਵਜਾਇਆ ਤਾਂ ਪਰ ਉਦੋਂ ਤੱਕ ਵੇਲਾ ਲੰਘ ਚੁੱਕਿਆ ਸੀ, ਉਹ ਜੇਲ੍ਹ ਤੋੜ ਕੇ ਫਰਾਰ ਹੋ ਚੁੱਕਿਆ ਸੀਗਾ। ਇਹ ਸੀਗਾ ਉਹਦਾ ਦੂਜਾ ਜੇਲ੍ਹ ਬ੍ਰੇਕ। ਜੇ ਜੇਲ੍ਹ ਤੋੜਨ ਤੋਂ ਬਾਅਦ ਉਹ ਬੰਦਾ 3 ਮਹੀਨੇ ਤੱਕ ਇੱਧਰ ਉੱਧਰ ਘੁੰਮਦਾ ਰਿਹਾ। ਸ਼ੀਰਾ ਤੋਰੀ ਦਾ ਪਰਿਵਾਰ ਵੀ ਸੀਗਾ, ਬੱਚੇ ਵੀ ਸੀਗੇ। ਉਹਨੇ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨੂੰ ਪਤਾ ਸੀ ਜਾਪਾਨ ਦੀ ਪੁਲਿਸ ਅਲਰਟ ਹੋ ਚੁੱਕੀ ਆ ਵੀ ਉਹਨੂੰ ਫੜ ਲਿਆ ਜਾਵੇਗਾ ਜੇ ਉਹ ਆਪਦੇ ਪਰਿਵਾਰ ਦੇ ਨਾਲ ਕੰਟੈਕਟ ਕਰੇਗਾ। ਇੱਧਰ ਉੱਧਰ ਭੱਜਣ ਤੋਂ ਬਾਅਦ ਸ਼ੀਰਾ ਤੋਰੀ ਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਜੇਲ੍ਹ ਦੇ ਹੈੱਡ ਗਾਰਡ ਨਾਲ ਮਿਲਿਆ ਜਾਵੇ ਅਤੇ ਉਹਦੇ ਨਾਲ ਬਹਿ ਕੇ ਗੱਲ ਕੀਤੀ ਜਾਵੇ ਵੀ ਉਹ ਅਸਲ ਵਿੱਚ ਬਾਈ ਜੀ ਉਹ ਜੇਲ੍ਹ ਦੇ ਜਿਹੜੇ ਹਾਲਾਤ ਸੀ ਜਾਪਾਨ ਦੀਆਂ ਜੇਲ੍ਹਾਂ ਦੇ ਉਹਨਾਂ ਤੋਂ ਉਹ ਬਾਗੀ ਸੀ। ਤਾਂ ਇੱਕ ਦਿਨ ਉਹਨੇ ਬਾਰ ਦੀ ਉਹਨੇ ਘੰਟੀ ਮਾਰੀ ਅਤੇ ਕੋਬਾਯਾਸ਼ੀ ਹੈਰਾਨ ਰਹਿ ਗਿਆ ਦੇਖ ਕੇ ਕਿਉਂਕਿ ਉਹਨੂੰ ਪਤਾ ਲੱਗਿਆ ਵੀ ਇਹ ਉਹੀ ਕੈਦੀ ਹੈ ਜਿਹੜਾ ਉਹਦੀ ਜੇਲ੍ਹ 'ਚੋਂ ਫਰਾਰ ਹੋਇਆ ਵਾ ਵੀ ਅੱਜ ਉਹਦੇ ਗੇਟ 'ਤੇ ਕਿਵੇਂ ਖੜ੍ਹਾ ਹੋ ਗਿਆ। ਤਾਂ ਉਹਨੇ ਅੰਦਰ ਬਿਠਾਇਆ, ਉਹਨੂੰ ਚਾਹ ਪਾਣੀ ਪਿਆਇਆ ਅਤੇ ਉਹਦੇ ਨਾਲ ਬਹਿ ਕੇ ਗੱਲਬਾਤ ਕੀਤੀ ਵੀ ਤੂੰ ਤਾਂ ਜੇਲ੍ਹ ਤੋਂ ਫਰਾਰ ਆ ਵੀ ਤੂੰ ਅੱਜ ਮੇਰੇ ਕੋਲ ਕਿਵੇਂ ਆ ਗਿਆ। ਤਾਂ ਸ਼ੀਰਾ ਤੋਰੀ ਨੇ ਉਹਦੇ ਨਾਲ ਦੱਸਿਆ, ਕਹਿੰਦਾ ਮੈਂ ਜੇਲ੍ਹ ਤੋਂ ਫਰਾਰ ਨਹੀਂ ਹੋਣਾ ਚਾਹੁੰਦਾ, ਮੈਂ ਜਿਹੜੀ ਸਜ਼ਾ ਮਿਲੀ ਉਹਨੂੰ ਭੁਗਤਣ ਨੂੰ ਤਿਆਰ ਹਾਂ। ਪਰ ਜਿਹੜੀ ਗੱਲ ਇਹ ਆ ਵੀ ਜਿਹੜਾ ਜੇਲ੍ਹ ਦਾ ਮਤਲਬ ਕੈਦੀਆਂ ਦੇ ਪ੍ਰਤੀ ਵਿਹਾਰ ਆ ਵੀ ਉਹ ਬਹੁਤ ਗਲਤ ਆ। ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਤੋਂ ਕੰਮ ਲਿਆ ਜਾਂਦਾ ਅਤੇ ਕੁੱਟਮਾਰ ਹੁੰਦੀ ਆ ਵੀ ਇਹ ਗਲਤ ਆ। ਪਰ ਮੈਂ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੁੰਦਾ, ਮੈਂ ਸਰੈਂਡਰ ਕਰਨਾ ਚਾਹੁੰਦਾ ਗਾ ਅਤੇ ਮੈਂ ਸਰੈਂਡਰ ਕਰਨਾ ਚਾਹੁੰਦਾ ਜਾਪਾਨ ਦੀ ਅਦਾਲਤ ਦੇ ਜੱਜਾਂ ਦੇ ਮੂਹਰੇ। ਤਾਂ ਮੈਨੂੰ ਲੱਗਦਾ ਵੀ ਤੂੰ ਇੱਕ ਹਮਦਰਦੀ ਰੱਖਣ ਵਾਲਾ ਬੰਦਾ ਗਾ, ਤੂੰ ਮੇਰੇ ਨਾਲ ਜੇਲ੍ਹ 'ਚ ਵੀ ਵਧੀਆ ਵਿਹਾਰ ਕੀਤਾ ਗਾ, ਤੂੰ ਮੈਨੂੰ ਜੱਜ ਦੇ ਸਾਹਮਣੇ ਸਰੈਂਡਰ ਕਰਾ ਦੇ। ਅਤੇ ਗਾਰਡ ਕਹਿੰਦਾ ਵੀ ਠੀਕ ਆ, ਕੋਈ ਨਹੀਂ ਆਪਾਂ ਜੇ ਜੱਜ ਦੇ ਮੂਹਰੇ ਸਰੈਂਡਰ ਕਰ ਲੈਂਦੇ ਹਾਂ। ਤਾਂ ਉਹਨੇ ਚਲੋ ਰੋਟੀ ਪਾਣੀ ਖਵਾਇਆ ਤਾਂ ਸ਼ੀਰਾ ਤੋਰੀ ਬਾਥਰੂਮ ਵਗੈਰਾ ਗਿਆ। ਤਾਂ ਜਦੋਂ ਉਹ ਪਾਸੇ ਗਿਆ ਤਾਂ ਜੇਲ੍ਹ ਦੇ ਗਾਰਡ ਨੇ ਉਹਦੇ ਮਨ 'ਚ ਆਇਆ ਵੀ ਉਹ ਧੋਖਾ ਕੀਤਾ ਉਹਦੇ ਨਾਲ। ਉਹਨੇ ਪੁਲਿਸ ਸੱਦ ਲਈ ਫੋਨ ਲਾ ਕੇ ਅਤੇ ਉਹਨੂੰ ਗ੍ਰਿਫਤਾਰ ਕਰਵਾਤਾ। ਸ਼ੀਰਾ ਤੋਰੀ ਨੂੰ ਬਹੁਤ ਬੁਰਾ ਲੱਗਿਆ ਵੀ ਜਿਹਦੇ 'ਤੇ ਭਰੋਸਾ ਕੀਤਾ ਸੀ ਉਹਨੇ ਭਰੋਸਾ ਤੋੜਤਾ ਅਤੇ ਉਹਦੀ ਦੂਜੀ ਵਾਰੀ ਗ੍ਰਿਫਤਾਰੀ ਹੋ ਗਈ। ਇਹ ਸੀਗਾ ਉਹਦਾ ਦੂਜਾ ਜੇਲ੍ਹ ਬ੍ਰੇਕ। ਜੂਨ ਦੇ ਮਹੀਨੇ ਦੇ ਵਿੱਚ ਜਿਹੜਾ ਉਹਨਾਂ ਦਾ ਕੋਬਾਯਾਸ਼ੀ ਨੇ ਜਦੋਂ ਧੋਖਾ ਦਿੱਤਾ, ਜੇਲ੍ਹ ਗਾਰਡ ਨੇ ਉਹਨੂੰ ਜੇਲ੍ਹ ਦੇ ਵਿੱਚ ਫੜਾਤਾ ਤਾਂ ਅਦਾਲਤ ਨੇ ਉਹਨੂੰ ਜੇਲ੍ਹ ਫਰਾਰੀ ਦੇ ਜੁਰਮ ਦੇ ਵਿੱਚ 3 ਸਾਲ ਦੀ ਸਜ਼ਾ ਅਤੇ ਉਮਰ ਕੈਦ ਦੀ ਸਜ਼ਾ ਤਾਂ ਹੋਈ ਵੀ ਸੀ, 3 ਸਾਲ ਦੀ ਸਜ਼ਾ ਹੋਰ ਨਾਲ ਜੋੜਤੀ। ਫਿਰ ਉਹਨੂੰ ਹੋਕਾਇਡੋ ਸ਼ਹਿਰ ਦੀ ਆਬਾਸ਼ਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਜੋ ਕਿ ਜਿਹੜਾ ਆਬਾਸ਼ਰੀ ਜੇਲ੍ਹ ਸੀਗੀ ਨਹਾਇਤ ਹੀ ਠੰਡੇ ਇਲਾਕੇ ਦੇ ਵਿੱਚ ਸੀਗੀ ਜਿੱਥੇ ਟੈਂਪਰੇਚਰ ਮਾਈਨਸ ਦੇ ਵਿੱਚ ਸੀ, ਫਰੀਜ਼ਿੰਗ ਟੈਂਪਰੇਚਰ ਸੀਗਾ ਉੱਥੇ ਜਿਹੜਾ ਜੇਲ੍ਹ ਸਟਾਫ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਜੇਲ੍ਹ ਤੋੜਨ ਦੇ ਵਿੱਚ ਮਾਹਰ ਆ, ਵੀ ਪਹਿਲਾਂ 2 ਜੇਲ੍ਹਾਂ ਤੋੜ ਕੇ ਭੱਜ ਗਿਆ ਸੀਗਾ, ਤਾਂ ਉਹ ਵੀ ਚੰਗੀ ਖੁੰਦਕ ਰੱਖਦੇ ਸੀ ਉਹਦੇ ਨਾਲ, ਚੰਗਾ ਉਹਦੀ ਕੁੱਟਮਾਰ ਕਰਦੇ ਸੀਗੇ। ਅਤੇ ਨਾਲ ਜਿਹੜੀ ਆਬਾਸ਼ਰੀ ਜੇਲ੍ਹ ਦਾ ਇਹ ਰਿਕਾਰਡ ਸੀ ਉੱਥੋਂ ਕੋਈ ਭੱਜ ਨਹੀਂ ਸਕਿਆ ਸੀ ਜੇਲ੍ਹ ਤੋੜ ਕੇ, ਜਾਣੀ ਕਿ ਨਿਰੀ ਮੌਤ ਸੀ ਆਲੇ ਦੁਆਲੇ, ਇੰਨ ਬਰਫੀਲਾ ਸੀਗਾ ਏਰੀਆ ਅਤੇ ਕੋਈ ਭੱਜ ਨਹੀਂ ਸਕਦਾ ਸੀ ਉੱਥੋਂ, ਰਿਕਾਰਡ ਸੀਗਾ ਉਹ ਜੇਲ੍ਹ ਦਾ। ਉਹਨੂੰ ਹੁਣ ਸ਼ੀਰਾ ਤੋਰੀ ਨੂੰ ਉਹਦੇ ਵਿੱਚ ਲਿਆ ਕੇ ਛੱਡਤਾ ਉਹਨਾਂ ਨੇ ਜੇਲ੍ਹ ਦੇ ਵਿੱਚ। ਤਾਂ ਜੇਲ੍ਹ ਸਟਾਫ ਨੇ ਉਹਨੂੰ ਚੰਗੀ ਉਹਦੀ ਕੁੱਟਮਾਰ ਕੀਤੀ। ਇੱਕ ਦਿਨ ਤੰਗ ਹੋ ਕੇ ਇੰਨੀ ਕੁੱਟਮਾਰ ਹੋਈ, ਇੱਕ ਦਿਨ ਤੰਗ ਹੋ ਕੇ ਸ਼ੀਰਾ ਤੋਰੀ ਨੇ ਉਹਨਾਂ ਦੇ ਸਾਹਮਣੇ ਜਿਹੜੀ ਉਹਨਾਂ ਦੀ ਲੱਗੀ ਹੱਥਕੜੀ ਸੀਗੀ ਉਹਨੂੰ ਤੋੜਿਆ। ਤਾਂ ਜੇਲ੍ਹ ਸਟਾਫ ਨੇ ਨੋਟ ਕਰ ਲਈ ਗੱਲ ਵੀ ਇਹ ਬੰਦਾ ਇਹ ਹੱਥਕੜੀ ਤੋੜ ਲੈਂਦਾ ਹੈ। ਤਾਂ ਉਹਨਾਂ ਨੇ ਉਹਦੇ ਵਾਸਤੇ ਸਪੈਸ਼ਲ ਜਿਹੜਾ ਕਮਰਾ ਤਿਆਰ ਕਰਵਾਇਆ ਸੀ ਉਹਦੇ ਰਹਿਣ ਲਈ, ਉਹਨਾਂ ਨੇ ਉਹਦੇ ਵਾਸਤੇ ਇੱਕ ਸਪੈਸ਼ਲ ਜਿਹੜਾ ਕਮਰਾ ਤਿਆਰ ਕਰਵਾਇਆ ਸੀ ਜਿਹਦੇ ਵਿੱਚ ਕਿ ਇੱਕ ਖਿੜਕੀ ਰੱਖੀ ਸੀ। ਜਿਹੜੀ ਉਹਨਾਂ ਨੇ ਦੇਖਿਆ ਵੀ ਪਿਛਲੀ ਜੇਲ੍ਹ ਦੇ ਵਿੱਚੋਂ ਇਹ ਖਿੜਕੀ ਤੋੜ ਕੇ ਭੱਜ ਗਿਆ ਸੀਗਾ, ਤਾਂ ਉਹਨਾਂ ਨੇ ਉਹਦੇ ਸਾਈਜ਼ ਨਾਲੋਂ ਛੋਟੀ ਖਿੜਕੀ ਰੱਖੀ, ਪਹਿਲਾਂ ਵਾਲੀ ਖਿੜਕੀ ਦੇ ਸਾਈਜ਼ ਨਾਲੋਂ, ਉਹਦੇ ਸਰੀਰ ਨਾਲੋਂ, ਬਾਡੀ ਨਾਲੋਂ ਛੋਟੀ ਸਾਈਜ਼ ਦੀ ਖਿੜਕੀ ਰੱਖੀ ਅਤੇ ਉਹਨੂੰ ਹੱਥਕੜੀ ਲਵਾਈ ਪਿੱਛੇ ਬਾਂਹ ਕਰਕੇ ਬਿਨਾਂ ਕੀ ਹੋਲ ਵਾਲੀ, ਜਿਹਦੇ ਜਿੰਦਾ ਨਹੀਂ ਲੱਗਦਾ ਸੀ, ਸਿੱਧੇ ਸੰਗਲ ਬਿਲਡ ਕੀਤੇ ਗਏ ਸੀ ਮਿਸਤਰੀ ਨੂੰ ਸੱਦ ਕੇ, ਅਤੇ ਉਹਦੇ ਪੈਰਾਂ ਨੂੰ ਵੀ ਬੇੜੀਆਂ ਲਗਾ ਦਿੱਤੀਆਂ ਗਈਆਂ ਸੀ, ਜਿਹੜੀਆਂ ਕਿ ਉਹਨੂੰ 15 ਦਿਨਾਂ ਬਾਅਦ ਖੋਲ੍ਹਦੇ ਸੀਗੇ। ਇੱਕ ਦਿਨ 14-15 ਦਿਨਾਂ ਬਾਅਦ ਜੇ ਕਿਤੇ ਜਾਪਾਨੀ ਪੁਲਿਸ ਨੂੰ ਤਰਸ ਆ ਜਾਂਦਾ ਸੀ ਤਾਂ ਉਹ 15-14 ਦਿਨਾਂ ਬਾਅਦ ਖੋਲ੍ਹਦੇ ਸੀਗੇ। ਤਾਂ ਦੋਸਤੋ ਉਹਨੂੰ ਖੋਲ੍ਹਣ ਵਾਸਤੇ ਵੀ 2 ਘੰਟੇ ਲੱਗਦੇ ਸੀ ਅਤੇ ਸਪੈਸ਼ਲ ਮਿਸਤਰੀ ਸੱਦਣਾ ਪੈਂਦਾ ਸੀ ਉਹ ਹੱਥਕੜੀ ਨੂੰ ਵੱਢਣ ਵਾਸਤੇ। ਅਤੇ ਪਿੱਛੇ ਹੱਥ ਬੰਨੇ ਹੁੰਦੇ ਸੀ, ਪੈਰਾਂ 'ਚ ਬੇੜੀਆਂ ਲਾਈਆਂ ਹੁੰਦੀਆਂ ਸੀ। ਕੁੱਤਿਆਂ ਵਾਲੀ ਜੂਨ ਕਰਤੀ ਉਹਦੀ ਬੰਦੇ ਦੀ। ਉਹਨੂੰ ਇੱਕ ਬਾਊਲ ਦੇ ਵਿੱਚ ਪੀਣ ਨੂੰ ਸੂਪ ਹੀ ਦਿੱਤਾ ਜਾਂਦਾ ਸੀ, ਮੂਹਰੇ ਰੱਖ ਦਿੰਦੇ ਸੀਗੇ, ਮੂੰਹ ਦੇ ਨਾਲ ਹੀ ਪੀਂਦਾ ਸੀ ਉਹ, ਕਿਉਂਕਿ ਬਾਹਾਂ ਤਾਂ ਖੋਲ੍ਹਦੇ ਨਹੀਂ ਸੀ। 15 ਦਿਨਾਂ ਬਾਅਦ ਹੀ ਨਹਾਉਂਦਾ ਸੀ, ਲੀੜੇ ਬਦਲਦਾ ਸੀ ਆਪਦੇ ਉਹ। ਇਸ ਤਰ੍ਹਾਂ ਉਹਦੀ ਜ਼ਿੰਦਗੀ ਚੱਲਦੀ ਰਹੀ, ਪੂਰਾ 1 ਸਾਲ ਤੱਕ ਇਸ ਤਰ੍ਹਾਂ ਰਿਹਾ ਉਹ। ਜਿਹੜਾ 1 ਸਾਲ ਦਾ ਸਮਾਂ ਸੀਗਾ
ਇਹਦੇ ਵਿੱਚ 6 ਮਹੀਨਿਆਂ ਬਾਅਦ ਉਹ ਬੰਦੇ ਨੇ ਆਪਦੇ ਭੱਜਣ ਦੀ ਵਿਉਂਤ ਦੁਬਾਰੇ ਬਣਾਉਣੀ ਸਟਾਰਟ ਕਰਤੀ ਵੀ ਮੈਂ ਇਹ ਜੇਲ੍ਹ ਨੂੰ ਤੋੜਨਾ ਅਤੇ ਇੱਥੋਂ ਮੈਂ ਭੱਜਣਾ ਅਤੇ ਇਹ ਇੱਥੇ ਰਹਿਣਾ ਤਾਂ ਮਰਨਾ ਹੈ। ਇੱਕ ਹਿਸਾਬ ਨਾਲ ਉਹਨੇ ਸੋਚ ਲਿਆ। ਤਾਂ ਇੱਕ ਰਾਤ ਕੀ ਹੋਇਆ, ਜੇਲ੍ਹ ਗਾਰਡ ਨੇ ਖੜਕਾ ਸੁਣਿਆ ਤਾਂ ਉਹ ਭੱਜ ਕੇ ਜਦੋਂ ਹਵਾਲਾਤ ਦੇ ਮੂਹਰੇ ਆਇਆ ਤਾਂ ਉਹਨੇ ਦੇਖਿਆ ਵੀ ਉਹਦੀਆਂ ਅੱਖਾਂ ਫਟੀਆਂ ਰਹਿ ਗਈਆਂ ਵੀ ਸ਼ੀਰਾ ਤੋਰੀ ਤਾਂ ਜੇਲ੍ਹ ਦੇ ਵਿੱਚ ਹੈ ਨਹੀਂ। ਪਰ ਉਹ ਨਾਲ ਦੀ ਨਾਲ ਹੀ ਹੱਸਣ ਲੱਗ ਗਿਆ। ਹੱਸਿਆ ਤਾਂ ਕਿਉਂਕਿ ਉਹਨੂੰ ਪਤਾ ਸੀ ਵੀ ਸ਼ੀਰਾ ਤੋਰੀ ਹੁਣ ਮਰੂਗਾ, ਕਿਉਂਕਿ ਉੱਥੋਂ ਕੋਈ ਜੇਲ੍ਹ 'ਚੋਂ ਭੱਜ ਕੇ ਬਚ ਨਹੀਂ ਸਕਿਆ ਸੀ, ਕਿਉਂਕਿ ਉਹ ਨਿਹਾਇਤ ਹੀ ਠੰਡਾ ਇਲਾਕਾ ਸੀ, ਪਹਿਲਾਂ ਹੀ ਮੈਂ ਦੱਸ ਚੁੱਕਿਆ ਬਰਫੀਲਾ ਇਲਾਕਾ ਸੀਗਾ ਉਹ। ਪਰ ਸਵਾਲ ਇਹ ਪੈਦਾ ਹੁੰਦਾ ਸੀ ਵੀ ਉਹ ਭੱਜਿਆ ਕਿਵੇਂ, ਕਿਉਂਕਿ ਜੇਲ੍ਹ ਦੇ ਵਿੱਚ 20 ਕਿਲੋ ਦੀਆਂ ਜਿਹੜੀਆਂ ਬੇੜੀਆਂ ਅਤੇ ਜਿਹੜੀ ਉਹਦੀ ਹੱਥਕੜੀ ਸਾਰਾ ਕੁਛ ਸੀਗਾ ਉਵੇਂ ਹੀ ਪਿਆ ਸੀਗਾ ਉੱਥੇ। ਪਰ ਇਹ ਹੁਣ ਆਪਾਂ ਇਹ 'ਤੇ ਗੱਲ ਕਰਦੇ ਹਾਂ ਵੀ ਉਹ ਭੱਜਿਆ ਕਿਵੇਂ। ਜਦੋਂ 6 ਮਹੀਨੇ ਤੱਕ ਉਹਨੇ ਉਹ ਤਸੱਦਦ ਝੱਲਿਆ ਤਾਂ 6 ਮਹੀਨੇ ਬਾਅਦ ਉਹਨੇ ਸਕੀਮ ਬੁਣਨੀ ਸਟਾਰਟ ਕਰਤੀ ਵੀ ਕਿਵੇਂ ਭੱਜਿਆ ਜਾਵੇ। ਤਾਂ ਜਿਹੜਾ ਉਹਨੂੰ ਸੂਪ ਦਿੱਤਾ ਜਾਂਦਾ ਸੀ, ਸੂਪ ਦੇ ਵਿੱਚ ਇਹੋ ਜਿਹੇ ਸਾਲਟ ਕੰਟੈਂਟ ਹੁੰਦੇ ਆ ਜਿਹੜੇ ਲੋਹੇ ਨੂੰ ਗਾਰ ਦਿੰਦੇ ਆ। ਤਾਂ ਉਹ ਰਾਤ ਨੂੰ ਇਹ ਕੰਮ ਕਰਿਆ ਕਰੇ ਡੇਲੀ। 6 ਮਹੀਨੇ ਤੱਕ ਉਹਨੇ ਇਹ ਕੰਮ ਕੀਤਾ। ਡੇਲੀ ਰਾਤ ਨੂੰ ਜਿਹੜਾ ਸੂਪ ਮਿਲਦਾ ਸੀਗਾ ਉਹਦੀ ਉਹ ਕੁਰਲੀਆਂ ਭਰ ਕੇ ਉਹਨੂੰ ਇਹੋ ਜਿਹੇ ਲੁਕਵੇਂ ਜੋੜ ਜਿਹੜੇ ਹੱਥਕੜੀ ਅਤੇ ਪੈਰਾਂ ਦੀਆਂ ਬੇੜੀਆਂ ਦੇ ਜੋੜ ਸੀਗੇ ਲੱਗੇ ਵੇ, ਲੁਕਵੇਂ ਜੋੜਾਂ ਦੇ ਉੱਤੇ ਉਹਨਾਂ ਨੂੰ ਡੋਲਣ ਲੱਗ ਗਿਆ ਸੂਪ ਨੂੰ ਕੁਰਲੀਆਂ ਕਰਕੇ ਮਾੜਾ ਕਰਕੇ। ਤਾਂ ਉਹ ਜਿਹੜੀਆਂ ਹੱਥਕੜੀ ਦੇ ਜੋੜ ਸੀ ਉਹ ਗਲਣੇ ਸਟਾਰਟ ਹੋ ਗਏ। ਆਈ ਉਹਨੇ ਰੋਸ਼ਨਦਾਨ ਵਾਲੀ ਬਾਰੀ ਨਾਲ ਕੀਤਾ, ਜਿਹੜੀ ਰੋਸ਼ਨਦਾਨ ਹਵਾ ਚਾਨਣ ਆਉਣ ਨੂੰ ਰੱਖੀ ਵੀ ਸੀਗੀ ਬਾਰੀ, ਉਹਦੇ ਵਿੱਚ ਜਿਹੜਾ ਲੋਹੇ ਦਾ ਸਰਗੇ ਜੋੜ ਲੱਗੇ ਹੋਏ ਸੀ ਉਹਨਾਂ ਨੂੰ ਵੀ ਉਹਨੇ ਗਲਣਾ ਸਟਾਰਟ ਕਰਤਾ। 6 ਮਹੀਨਿਆਂ ਦੇ ਵਿੱਚ ਉਹ ਜੋੜ ਕਮਜ਼ੋਰ ਹੋ ਗਏ। ਜਿਵੇਂ ਪਹਿਲਾਂ ਵੀ ਉਹਨੇ ਹੱਥਕੜੀ ਤੋੜਤੀ ਸੀ ਤਾਂ ਉਸ ਦਿਨ ਵੀ ਉਹਨੇ ਜਿੱਦਣ ਸ਼ਿਫਟ ਬਦਲੀ ਗਾਰਡ ਦੀ ਤਾਂ ਉਹਨੇ ਉਹ ਹੱਥਕੜੀ ਤੋੜ ਕੇ ਪੈਰਾਂ ਦੀਆਂ ਬੇੜੀਆਂ ਤੋੜ ਕੇ ਅਤੇ ਜਿਹੜਾ ਇੱਕ ਇਹਨੇ 6 ਮਹੀਨਿਆਂ ਦੇ ਵਿੱਚ ਉਹਨੇ ਇਹ ਵੀ ਕੀਤਾ ਵੀ ਜਿਹੜੀ ਉਹ ਬਾਰੀ ਸੀ ਉਹਦੇ ਸਾਈਜ਼ ਨਾਲੋਂ ਛੋਟੀ ਸੀ, ਤਾਂ ਉਹਨੇ ਆਪਦੇ ਜਿਹੜੇ ਅੰਗ ਸੀਗੇ ਡਿਸਲੋਕੇਟ ਕਰਨੇ ਸਿੱਖ ਲਏ। ਜਾਣੀ ਪੈਰਾਂ ਨੂੰ ਮੋੜ ਕੇ ਉਹ ਦੂਜੇ ਪਾਸੇ ਕਰ ਲੈਂਦਾ ਸੀ, ਮੋਢਿਆਂ ਨੂੰ ਥੱਲੇ ਲਾ ਲੈਂਦਾ ਸੀਗਾ ਦੋਨਾਂ ਨੂੰ। ਤਾਂ ਉਹਨੇ ਆਪਦੇ ਸਾਰੇ ਅੰਗ ਡਿਸਲੋਕੇਟ ਕਰਨੇ ਸਟਾਰਟ ਕਰਤੇ ਸੀ। ਇਹ ਡਿਸਲੋਕੇਟ ਦਾ ਫਾਇਦਾ ਉਹਨੂੰ ਇਹ ਹੋਇਆ ਵੀ ਉਹ ਬਾਰੀ ਦੇ ਸਰਗੇ ਕਮਜ਼ੋਰ ਹੋ ਚੁੱਕੇ ਸੀ, ਉਹ ਬਾਰੀ ਤੋੜ ਕੇ ਉਹ ਬਾਰੀ ਦੇ ਵਿੱਚ ਦੀ ਉਹ ਫਰਾਰ ਹੋ ਗਿਆ। ਫਰਾਰ ਹੋ ਕੇ ਦੋਸਤੋ ਉਹ ਕਿਸੇ ਸ਼ਹਿਰ ਨਹੀਂ ਗਿਆ, ਕਿਉਂਕਿ ਉਹਨੂੰ ਪਤਾ ਸੀ ਪੁਲਿਸ ਨਿਗਾਹ ਰੱਖੂਗੀ। ਤਾਂ ਇਹ ਨਿਰਧਾਰਿਤ ਨਹੀਂ ਹੋਇਆ ਵੀ ਸ਼ੀਰਾ ਤੋਰੀ ਮਰ ਗਿਆ ਜਾਂ ਜਿਉਂਦਾ। ਤਾਂ ਉਹ ਇੱਕ ਗੁਫਾ ਦੇ ਵਿੱਚ ਜਾ ਕੇ ਰਹਿਣਾ ਸਟਾਰਟ ਕਰਤਾ ਉਹਨੇ। 2 ਸਾਲ ਤੱਕ ਉਹ ਗੁਫਾ ਦੇ ਵਿੱਚ ਰਿਹਾ। ਤਾਂ ਮੁੜ ਕੇ ਉਹਨੇ 2 ਸਾਲਾਂ ਬਾਅਦ ਜਾਣੀ ਕਿ 1945 ਦਾ ਸਮਾਂ ਆ ਗਿਆ। 1945 ਦੇ ਵਿੱਚ ਆ ਕੇ ਜਾਪਾਨ ਨੇ ਅਮਰੀਕਾ ਦੇ ਮੂਹਰੇ ਜਿਹੜੀ ਦੂਜਾ ਵਰਲਡ ਵਾਰ ਚੱਲਦਾ ਸੀ ਉਹਦੇ ਮੂਹਰੇ ਸਰੈਂਡਰ ਕਰਤਾ। ਤਾਂ ਫਿਰ ਅਮਰੀਕਾ ਦੀ ਵੀ ਧਾਕ ਸਟਾਰਟ ਹੋ ਗਈ ਸੀਗੀ ਜਾਪਾਨ ਦੇ ਵਿੱਚ। ਜਿਹੜੇ ਅਖਬਾਰ ਸੀਗੇ ਜਾਂ ਕੰਧਾਂ 'ਤੇ ਬੈਨਰ ਲੱਗੇ ਵੀ ਸਾਰੇ ਅੰਗਰੇਜ਼ੀ ਦੇ ਵਿੱਚ ਆਉਣ ਲੱਗ ਗਏ। ਤਾਂ ਸ਼ੀਰਾ ਤੋਰੀ ਨੇ ਉਸ ਸਮੇਂ ਦੇ ਵਿੱਚ ਆ ਕੇ ਦੇਖਿਆ ਵੀ ਮੈਂ ਨੇੜੇ ਇੱਕ ਸ਼ਹਿਰ ਸੀਗਾ ਸਾਪਰੋ ਸ਼ਹਿਰ, ਉਹਦੇ ਵਿੱਚ ਜਾ ਕੇ ਉਹਦੀ ਘਰ ਵਾਲੀ ਅਤੇ ਉਹਦੇ ਬੱਚੇ ਉਹ ਸ਼ਹਿਰ ਦੇ ਵਿੱਚ ਰਹਿੰਦੇ ਸੀ। ਉਹਨੇ ਸੋਚਿਆ ਵੀ ਹੁਣ ਤਾਂ ਮੈਨੂੰ ਭੁੱਲ ਗਏ ਹੋਣਗੇ ਸਾਰੇ, ਵੀ ਮੈਂ ਕਿਉਂ ਨਾ ਜਾ ਕੇ ਉਹਨਾਂ ਨੂੰ ਮਿਲਾਂ। ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਦੱਸੀ ਵੀ ਅਮਰੀਕਨ ਸੋਲਜਰ ਉੱਥੇ ਘੁੰਮ ਰਹੇ ਸੀ, ਉਹਨੇ ਆ ਕੇ ਦੇਖਿਆ ਵੀ ਇਹ ਕੀ ਗੱਲਬਾਤ ਹੋ ਗਈ, ਵੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ, ਉਹ ਗੁਫਾ ਦੇ ਵਿੱਚ ਰਹਿੰਦਾ ਸੀ। ਅਮਰੀਕਨ ਸੋਲਜਰ ਜਗ੍ਹਾ ਘੁੰਮ ਰਹੇ ਸੀਗੇ, ਅਖਬਾਰ ਬਦਲ ਗਏ, ਬੈਨਰ ਬਦਲ ਗਏ। ਤਾਂ ਉਹਨੂੰ ਬਹੁਤ ਹੈਰਾਨੀ ਹੋਈ। ਉਹਨੂੰ ਉੱਥੇ ਹੀ ਪਤਾ ਲੱਗਿਆ ਵੀ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਵੀ ਅਮਰੀਕਾ ਨੇ ਪਰਮਾਣੂ ਹਮਲਾ ਕਰਤਾ। ਠੀਕ ਹੈ ਜੀ। ਤਾਂ ਉਹਨੂੰ ਭੁੱਖ ਬਹੁਤ ਲੱਗੀ ਸੀ। ਉਹ ਬੀਵੀ ਕੋਲੇ ਜਾਣੀ ਘਰ ਵਾਲੀ ਕੋਲੇ ਜਾਣ ਤੋਂ ਪਹਿਲਾਂ ਉਹਨੂੰ ਐਂ ਲੱਗਿਆ ਵੀ ਮੈਂ ਕੁਛ ਖਾ ਲਾਂ। ਤਾਂ ਉਹ ਲਾਗੇ ਨਾ ਇੱਕ ਟਮਾਟਰ ਦਾ ਖੇਤ ਸੀ, ਉਹਦੇ ਵਿੱਚੋਂ ਉਹ ਟਮਾਟਰ ਤੋੜ ਕੇ ਖਾਣ ਲੱਗ ਗਿਆ। ਉਹ ਜਿਹੜਾ ਖੇਤ ਦਾ ਮਾਲਕ ਸੀਗਾ, ਜ਼ਿਮੀਂਦਾਰ ਸੀਗਾ, ਉਹਨੇ ਉਹਨੂੰ ਰੋਕਿਆ। ਤਾਂ ਉਹਦੇ ਨਾਲ ਹੱਥੋਂ ਪੈਰ ਲੜਾਈ ਸਟਾਰਟ ਹੋ ਗਈ। ਲੜਾਈ ਦੇ ਵਿੱਚ ਕਿਤੇ ਗੁੱਝੀ ਸੱਟ ਲੱਗ ਗਈ ਅਤੇ ਉਹ ਜਿਹੜਾ ਕਿਸਾਨ ਸੀਗਾ ਉਹ ਮਰ ਗਿਆ। ਪੁਲਿਸ ਨੇ ਫੇਰ ਫੜ ਲਿਆ ਉਹਨੂੰ। ਜਦੋਂ ਫੜ ਲਿਆ ਤਾਂ ਥਾਣੇ ਲਿਜਾ ਕੇ ਉਹਦੀ ਮਤਲਬ ਸ਼ਨਾਖਤ ਹੋਈ। ਤਾਂ ਪੁਲਿਸ ਦੀ ਹੈਰਾਨੀ ਦਾ ਕੋਈ ਹੱਦ ਨਹੀਂ ਰਹੀ ਵੀ ਉਹ ਸ਼ੀਰਾ ਤੋਰੀ ਸੀ ਜਿਹਦੀ ਉਹ ਪਿਛਲੇ 3 ਸਾਲਾਂ ਤੋਂ ਭਾਲ ਦੇ ਵਿੱਚ ਸੀ, 2 ਸਾਲਾਂ ਤੋਂ ਭਾਲ ਦੇ ਵਿੱਚ ਸੀ, ਵੀ ਉਹ ਬੰਦਾ ਜੇਲ੍ਹ ਤੋੜ ਕੇ ਫਰਾਰ ਸੀ। ਤਾਂ ਫਿਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹ ਸੀਗਾ ਉਹਦਾ ਤੀਜਾ ਜੇਲ੍ਹ ਬ੍ਰੇਕ। ਅਤੇ ਆਪਾਂ ਹੁਣ ਗੱਲ ਕਰਦੇ ਹਾਂ ਅਗਲੇ ਜੇਲ੍ਹ ਬ੍ਰੇਕ ਚੌਥੇ ਦੀ, ਵੀ ਕਿਵੇਂ ਹੋਇਆ। ਟਮਾਟਰ ਦੇ ਖੇਤ ਦੇ ਵਿੱਚ ਐਕਸੀਡੈਂਟਲੀ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਉਹਨੂੰ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕਰਤਾ। ਤਾਂ ਪਿਛਲੇ ਜੇਲ੍ਹ ਬ੍ਰੇਕ ਨੂੰ ਦੇਖਦੇ ਹੋਏ ਤਾਂ ਉਹਨਾਂ ਨੇ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ ਅਤੇ ਸਾਪਰੋ ਜੇਲ੍ਹ ਦੇ ਵਿੱਚ, ਸਾਪਰੋ ਸ਼ਹਿਰ ਦੀ ਜਿਹੜੀ ਸੈਂਟਰਲ ਜੇਲ੍ਹ ਸੀ ਉਹਦੇ ਵਿੱਚ ਉਹਨੂੰ ਬੰਦ ਕਰਤਾ।
ਹੁਣ ਉੱਥੇ ਵੀ ਉਹੀ ਕਹਾਣੀ ਪਿਛਲੀ ਵਾਪਰਨ ਲੱਗ ਗਈ। ਜਿਹੜੇ ਉੱਥੋਂ ਦਾ ਜਿਹੜਾ ਸਟਾਫ ਸੀਗਾ ਉਹ ਹੋਰ ਤੋਂ ਖਾਸੀ ਨਫ਼ਰਤ ਕਰਨ ਲੱਗ ਗਿਆ, ਕਿਉਂਕਿ ਖੁੰਦਕ ਰੱਖਣ ਲੱਗ ਗਏ ਵੀ ਇਹ ਜੇਲ੍ਹ ਤੋੜ ਭੱਜਿਆ ਆਉਂਦਾ ਗਾ। ਫਿਰ ਉਹਨਾਂ ਨੇ ਉੱਥੇ ਵੀ ਉਹਦੇ ਵਾਸਤੇ ਇੱਕ ਸਪੈਸ਼ਲ ਕਮਰਾ ਤਿਆਰ ਕੀਤਾ। ਸਪੈਸ਼ਲ ਕਮਰਾ, ਮਜ਼ਬੂਤ ਛੱਤ, ਮਜ਼ਬੂਤ ਕੰਧਾਂ, ਅਤੇ ਉਹਨਾਂ ਨੇ ਜਿਹੜੀਆਂ ਬਾਰੀਆਂ ਦਾ ਸਾਈਜ਼ ਵੀ, ਜਿਹੜੀ ਵੀ ਮੋਰੀ ਰੱਖੀ ਹੈ ਨਾ ਬਾਹਰ ਦੇਖਣ ਕਰਨ ਨੂੰ, ਉਹ ਵੀ ਉਹਦੇ ਸਿਰ ਦੇ ਸਾਈਜ਼ ਨਾਲੋਂ ਛੋਟੀ ਨਹੀਂ ਰੱਖੀ, ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਸੀਗਾ ਨਾ ਵੀ ਇਹ ਆਪਦੇ ਅੰਗ ਡਿਸਲੋਕੇਟ ਕਰ ਲੈਂਦਾ, ਤਾਂ ਉਹਨਾਂ ਨੂੰ ਪਤਾ ਸੀ ਇਹ ਸਿਰ ਦਾ ਸਾਈਜ਼ ਨਹੀਂ ਛੋਟਾ ਵੱਡਾ ਕਰ ਪਾਊਗਾ। ਤਾਂ ਉਹਨਾਂ ਨੇ ਸਿਰ ਦੇ ਸਾਈਜ਼ ਤੋਂ ਛੋਟੇ ਸਾਰੇ ਮੋਰੀਆਂ ਖਿੜਕੀਆਂ ਰੱਖੀਆਂ ਉਹਨਾਂ ਨੇ ਉਹ ਕਮਰੇ ਦੀਆਂ। ਅਤੇ ਉਹਨਾਂ ਨੇ ਸਾਰੇ ਹੀ ਉਹ ਕਮਰੇ ਦੇ ਵਿੱਚ ਉਹਨੂੰ ਜਦੋਂ ਛੱਡ ਦਿੱਤਾ ਲਿਜਾ ਕੇ, ਤਾਂ 6 ਗਾਰਡ ਉਹਦੇ ਬਾਰ ਦੇ ਉੱਤੇ ਤੈਨਾਤ ਕਰਤੇ। ਤਾਂ ਜਦੋਂ ਜੋਸ਼ੇ ਸੀਰਾਤੋਰੀ ਉਹ ਕਮਰੇ ਦੇ ਵਿੱਚ ਗਿਆ, ਵੜਨਸਾਰ ਉਹ ਛੱਤ ਵੱਲ ਦੇਖਿਆ, ਉਹਨੇ ਕੰਧਾਂ ਵੱਲ ਦੇਖਿਆ, ਛੱਤ ਵੱਲ ਦੇਖਿਆ। ਰੋਜ਼ ਉਹ ਜਦੋਂ ਉਹਨੂੰ ਮਤਲਬ ਕੰਮ ਕਰਾਉਣ ਤੋਂ ਬਾਅਦ ਕਮਰੇ 'ਚ ਤਾਂ ਲਿਜਾ ਕੇ ਛੱਡਿਆ ਕਰਨ, ਤਾਂ ਉਹ ਛੱਤ ਵੱਲ ਦੇਖੀ ਜਾਇਆ ਕਰੇ ਉੱਪਰ ਵੱਲ ਨੂੰ। ਤਾਂ ਗਾਰਡ ਦੇਖ ਕੇ ਹੱਸਣ ਲੱਗ ਗਏ। ਗਾਰਡ ਕਹਿੰਦੇ ਯਾਰ ਇਹ ਕਮਲਾ ਹੋ ਗਿਆ ਵੀ ਇਹ ਛੱਤ ਤੋੜ ਕੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਆ, ਅਤੇ ਛੱਤ ਤਾਂ ਬਹੁਤ ਮਜ਼ਬੂਤ ਆ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਤਿਹਾਸ ਦਾ ਵੀ ਅੱਗੇ ਛੱਤ ਵਾਲੀ ਵਾਰੀ ਵੇਦੀ ਲੰਘਿਆ ਸੀ ਇਹ। ਚਲੋ ਜੀ, ਉਹ ਹੱਸਿਆ ਕਰਨ ਉਹਨੂੰ ਦੇਖ ਕੇ। ਟਾਈਮ ਟੱਪਦਾ ਗਿਆ। ਸੀਰਾਤੋਰੀ ਥੋੜ੍ਹਾ ਕਮਜ਼ੋਰ ਵੀ ਹੋ ਗਿਆ ਸੀ, ਕਿਉਂਕਿ 2 ਸਾਲ ਇੱਕ ਗੁਫਾ ਦੇ ਵਿੱਚ ਰਹਿ ਕੇ ਆਇਆ ਸੀ। ਜਦੋਂ ਜੇਲ੍ਹ ਮੈਨੂਅਲ ਦੇ ਜਿਹੜਾ ਟਾਈਮ ਸੀਗਾ ਕੰਮ ਦਾ, ਜਿਹੜਾ ਕੰਮ ਕੈਦੀਆਂ ਨੂੰ ਕੰਮ 'ਤੇ ਲੈ ਕੇ ਜਾਂਦੇ ਸੀ, ਉਦੋਂ ਉਹ ਆਇਆ ਕਰਨ ਤਾਂ ਸੀਰਾਤੋਰੀ ਉੱਠਿਆ ਹੀ ਨਾ ਕਰੇ, ਸੁੱਤਾ ਹੀ ਰਿਹਾ ਕਰੇ। ਉਹ ਲੱਤਾਂ ਮਾਰਿਆ ਕਰਨ, ਕੁੱਟਿਆ ਕਰਨ, ਉਹ ਉੱਠਿਆ ਨਾ ਕਰੇ। ਚਲੋ ਕੁਛ ਕੁ ਪੁਲਿਸ ਵਾਲੇ ਗਾਰਡ ਵੀ ਥੋੜ੍ਹੇ ਜਿਹੇ ਹਮਦਰਦੀ ਦਿਖਾਉਂਦੇ ਆ ਵੀ ਚੱਲ ਯਾਰ ਇਹ ਕਮਜ਼ੋਰ ਹੋ ਗਿਆ, ਉਮਰ ਵੀ ਹੋ ਚੁੱਕੀ ਆ, ਕਾਫੀ ਸਮਾਂ ਜੇਲ੍ਹ ਦੇ ਵਿੱਚ ਰਹਿ ਗਿਆ, ਅਤੇ ਇੱਕ ਬਾਹਰੋਂ ਗੁਫਾ 'ਚੋਂ ਆਇਆ ਵੀ ਇਹ ਐਂ ਹੀ ਆ ਵੀ ਸੁਸਤੂ ਜਿਹਾ ਹੋ ਗਿਆ, ਵੀ ਚੱਲ ਪਿਆ ਰਹਿਣ ਦਿੰਦੇ ਆ। ਉਹ ਉਹਨੂੰ ਪਏ ਨੂੰ ਛੱਡ ਜਾ ਕਰਨ। ਰੋਜ਼ ਹੀ ਐਂ ਹੋਇਆ ਕਰੇ, ਸੁਬਾਹ ਆਇਆ ਕਰਨ ਪਈ ਉਹਨੂੰ ਕੁੱਟਿਆ ਮਾਰਿਆ ਕਰਨ, ਉਹ ਉੱਠਿਆ ਨਾ ਕਰੇ, ਸੁੱਤਾ ਹੀ ਰਿਹਾ ਕਰੇ। ਇਸੇ ਤਰ੍ਹਾਂ ਚੱਲਦੀ ਰਿਹਾ, ਟਾਈਮ ਲੰਘਦਾ ਰਿਹਾ। ਫਿਰ ਇੱਕ ਦਿਨ ਜਦੋਂ ਉਹ ਆਏ, ਜਦੋਂ ਰਾਤ ਨੂੰ ਜੇਲ੍ਹ ਦੀ ਜਿਹੜਾ ਸਟਾਫ ਚਲਿਆ ਜਾਂਦਾ ਸੀ ਇੱਕ ਟਾਈਮ 'ਤੇ, ਸ਼ਿਫਟ ਬਦਲਣੀ ਜਾਂ ਉਹਨਾਂ ਨੇ ਰਿਪੀਟ ਕਰਨਾ ਜਾਣਾ ਹੈ ਨਾ, ਤਾਂ ਉਹ ਚਲਿਆ ਜਾਂਦਾ ਸੀਗਾ। ਤਾਂ ਜਦੋਂ ਦੁਬਾਰੇ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜਾ ਸੀਰਾਤੋਰੀ ਦੀ ਜੇਲ੍ਹ ਸੀ ਉਹ ਖਾਲੀ। ਉਹ ਹੈਰਾਨੀ ਦੀ ਹੱਦ ਨਹੀਂ ਰਹੀ ਵੀ ਕਿਸ ਤਰ੍ਹਾਂ ਭੱਜ ਗਿਆ। ਵੀ ਉਹਨਾਂ ਨੇ ਸੋਚਿਆ ਵੀ ਹੱਥਕੜੀ ਵੀ ਪਹਿਲਾਂ ਬਹੁਤ ਜ਼ਿਆਦਾ ਉਹਨਾਂ ਨੇ ਮਜ਼ਬੂਤੀ ਰੱਖੀ ਸੀ, ਚੌਥੀ ਵਾਰੀ ਵੀ ਇਹ ਕਿਸ ਤਰ੍ਹਾਂ ਭੱਜ ਗਿਆ ਇਹ ਯਾਰ, ਵੀ ਉਹ ਹੈਰਾਨ ਪਰੇਸ਼ਾਨ। ਤਾਂ ਪਤਾ ਲੱਗਿਆ ਉਹ ਕਿਸ ਤਰ੍ਹਾਂ ਭੱਜਿਆ। ਉਹ ਜਦੋਂ ਸ਼ੁਰੂ ਦੇ ਵਿੱਚ ਉਹਨੂੰ ਕੁੱਟਦੇ ਮਾਰਦੇ ਸੀਗੇ, ਬਿਸਤਰ ਲਗਾ ਕੇ ਉਹ ਜ਼ਮੀਨ 'ਤੇ ਹੀ ਪੈਂਦਾ ਸੀ, ਉਹਨਾਂ ਨੇ ਸਾਰਾ ਕੁਝ ਮਜ਼ਬੂਤ ਕਰ ਲਿਆ ਸੀਗਾ, ਕੰਧਾਂ ਵੀ ਛੱਤ ਵੀ, ਪਰ ਉਹ ਜ਼ਮੀਨ 'ਤੇ ਨਿਗਾਹ ਮਾਰਨੀ ਭੁੱਲ ਗਏ। ਜ਼ਮੀਨ ਵਾਲਾ ਹਿੱਸਾ ਉਹ ਕਮਜ਼ੋਰ ਰੱਖ ਬੈਠੇ। ਤਾਂ ਸੀਰਾਤੋਰੀ ਨੂੰ ਜਦੋਂ ਉਹ ਉਠਾਉਣ ਆਉਂਦੇ ਸੀਗੇ ਤਾਂ ਉਹ ਢੀਠ ਹੋ ਕੇ ਜਾਣ ਕੇ ਪਿਆ ਰਹਿੰਦਾ ਸੀ। ਉਹਨਾਂ ਨੂੰ ਐਂ ਹੋ ਗਿਆ ਵੀ ਚੱਲ ਇਹ ਕਮਜ਼ੋਰ ਆ ਵੀ ਉੱਠ ਨਹੀਂ ਪਾਉਂਦਾ। ਉਹਨਾਂ ਨੇ ਬਿਸਤਰ ਹਿਲਾ ਕੇ ਦੇਖਿਆ ਤਾਂ ਉਹ ਚੈੱਕ ਕਰਿਆ ਕਰਨ, ਉਹ ਵੈਸੇ ਹੀ ਪਿਆ ਰਹਿੰਦਾ ਸੀ। ਪਰ ਉਹਨੇ ਜਦੋਂ ਵੇਸਲੇ ਹੋ ਗਏ ਵੀ ਇਹ ਤਾਂ ਹੀ ਪਿਆ ਰਹਿੰਦਾ, ਤਾਂ ਉਹਨੇ ਉਹ ਬਿਸਤਰ ਦੇ ਥੱਲੇ ਦੀ ਸੁਰੰਗ ਬਣਾਉਣੀ ਸਟਾਰਟ ਕਰਤੀ। ਜੋ ਵੀ ਉਹ ਮਿੱਟੀ ਕੱਢਦਾ ਸੀ ਉਹ ਫਲੱਸ਼ ਕਰ ਦਿੰਦਾ ਸੀ। ਉਹਨੇ ਇਹ ਗੱਲ ਨੋਟ ਕਰ ਲਈ ਸੀ, ਇਹ ਗੱਲ ਦੀ ਵੀ ਉਹਨੇ ਰੇਕੀ ਕੀਤੀ ਜਿੰਨਾ ਟਾਈਮ ਉਹ ਜੇਲ੍ਹ ਦੇ ਵਿੱਚ ਰਿਹਾ। ਉਹਨੂੰ ਇਹ ਗੱਲ ਪਤਾ ਲੱਗ ਗਈ ਸੀ ਵੀ ਉਹ ਜੇਲ੍ਹ ਦੇ ਕਮਰੇ ਦੇ ਥੱਲੇ ਤਹਿਖਾਨਾ ਗਾ, ਉਹਨੂੰ ਥੋੜ੍ਹਾ ਹੀ ਪੱਟਣਾ ਪੈਣਾ ਸੀ ਸੁਰੰਗ ਨੂੰ। ਤਾਂ ਉਹ ਥੱਲੇ ਤਹਿਖਾਨੇ ਦੇ ਵਿੱਚ ਉਤਰ ਕੇ ਉਹਨੇ ਉੱਥੋਂ ਸੁਰੰਗ ਅੱਗੇ ਸਟਾਰਟ ਕਰਕੇ ਬਾਹਰ ਨਿਕਲ ਕੇ ਫਰਾਰ ਹੋ ਗਿਆ। ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਸ ਤੋਂ ਬਾਅਦ ਉਹ ਇੱਕ ਸਮਾਂ ਬੀਤਦਾ ਗਿਆ। ਇੱਕ ਪਾਰਕ ਦੇ ਵਿੱਚ ਇੱਕ ਬੈਠਾ ਸੀ, ਪਾਰਕ ਦੇ ਵਿੱਚ ਜਿਹੜਾ ਲਾਗੇ ਪਾਰਕ ਸੀਗਾ ਸ਼ਹਿਰ ਦੇ ਵਿੱਚ, ਪਾਰਕ ਦੇ ਵਿੱਚ ਬੈਠਾ, ਲੋਕਾਂ ਨੂੰ ਕੀ ਪਤਾ ਵੀ ਇਹ ਸੀਰਾਤੋਰੀ ਆ। ਤਾਂ ਉਹਦੇ ਬੈਂਚ ਦੇ ਉੱਤੇ ਆ ਕੇ ਇੱਕ ਪੁਲਿਸ ਵਾਲਾ ਬੈਠ ਗਿਆ। ਜਦੋਂ ਪੁਲਿਸ ਵਾਲਾ ਬੈਠ ਗਿਆ, ਪੁਲਿਸ ਵਾਲੇ ਨੇ, ਸੀਰਾਤੋਰੀ ਡਰ ਗਿਆ। ਉਸ ਨੂੰ ਇਸ ਤਰ੍ਹਾਂ ਲੱਗਿਆ ਵੀ ਲੈ ਵੀ ਹੁਣ ਉਹ ਫੜਿਆ ਜਾਊਗਾ, ਪਰ ਉਹ ਕੁਛ ਨਹੀਂ ਬੋਲਿਆ। ਉਹਨੂੰ ਪਤਾ ਸੀ ਜੇ ਮੈਂ ਉੱਠ ਕੇ ਤੁਰ ਗਿਆ ਤਾਂ ਇਹ ਮੇਰੇ 'ਤੇ ਸ਼ੱਕ ਕਰ ਲੂਗਾ। ਉਹ ਉਸੇ ਤਰ੍ਹਾਂ ਹੀ ਬੈਠਾ ਰਿਹਾ। ਪੁਲਿਸ ਵਾਲੇ ਨੇ ਕੋਲੇ ਬੈਠੇ ਨੋਰਮਲੀ ਉਹਨੇ ਸਿਗਰਟ ਲਾ ਲਈ ਅਤੇ ਕੋਲੇ ਬੈਠੇ ਸੀਰਾਤੋਰੀ ਨੂੰ ਵੀ ਸਿਗਰਟ ਆਫਰ ਕਰਤੀ। ਸੀਰਾਤੋਰੀ ਹੈਰਾਨ ਰਹਿ ਗਿਆ, ਕਿਉਂਕਿ ਉਦੋਂ ਅਮਰੀਕਾ ਦਾ ਉੱਥੇ ਰਾਜ ਚੱਲ ਰਿਹਾ ਸੀ ਜਾਪਾਨ ਦੇ ਵਿੱਚ। ਤਾਂ ਉਹਨਾਂ ਟਾਈਮਾਂ 'ਚ ਸਿਗਰਟ ਪੀਣੀ ਬਹੁਤ ਵੱਡੀ ਗੱਲ ਸੀ, ਅਮੀਰਾਂ ਦਾ ਸ਼ੌਂਕ ਕਿਹਾ ਜਾਂਦਾ ਸੀ। ਉਹਨੇ ਸੋਚਿਆ ਵੀ ਮੈਨੂੰ ਗਰੀਬ ਨੂੰ ਬੰਦੇ ਨੇ ਸਿਗਰਟ ਆਫਰ ਕੀਤੀ ਹੈ ਵੀ ਇਹ ਚੰਗਾ ਬੰਦਾ ਗਾ।
ਸਿਗਰਟ ਸੀਰਾ ਤੋਰੀ ਨੇ ਜਿਹੜੀ ਆਫਰ ਹੋਈ ਸੀ ਉਹਨੇ ਲੈ ਲਈ ਤੇ ਪੀਣੀ ਸਟਾਰਟ ਕਰਤੀ। ਸਿਗਰਟ ਖਤਮ ਕਰਕੇ ਉਹਨੇ ਪੁਲਿਸ ਵਾਲੇ ਨੂੰ ਦੱਸਤਾ ਵੀ ਮੈਂ ਸੀਰਾ ਤੋਰੀ ਹਾਂ, ਜੋਸ਼ੇ ਸੀਰਾ ਤੋਰੀ ਹਾਂ, ਜਿਹੜਾ ਜੇਲ੍ਹ ਤੋੜ ਕੇ ਫਰਾਰ ਹੋਇਆ ਵਾ। ਪੁਲਿਸ ਵਾਲਾ ਹੈਰਾਨੀ ਦੀ ਹੱਦ ਨਹੀਂ ਰਹੀ। ਪੁਲਿਸ ਵਾਲਾ ਉਹਦੇ ਵੱਲ ਮੂੰਹ ਵੱਲ ਝਾਕੀ ਜਾਵੇ, ਕਹਿੰਦਾ ਵੀ ਮੈਨੂੰ ਤੇਰੇ ਬਾਰੇ ਪਤਾ ਹੀ ਨਹੀਂ ਵੀ ਤੂੰ ਸੀਰਾ ਤੋਰੀ ਆ। ਵੀ ਠੀਕ ਆ, ਮੈਂ ਸੁਣਿਆ ਨਾਂ ਤੇਰਾ, ਪਰ ਮੈਨੂੰ ਪਤਾ ਨਹੀਂ ਸੀ ਵੀ ਤੂੰ ਸੀਰਾ ਤੋਰੀ। ਤੂੰ ਮੈਨੂੰ ਕਿਉਂ ਦੱਸਿਆ ਬਈ, ਤੂੰ ਮੈਨੂੰ ਕਿਉਂ ਦੱਸਿਆ, ਮੈਂ ਤਾਂ ਤੈਨੂੰ ਫੜ ਲੈਣਾ। ਉਹ ਕਹਿੰਦਾ ਮੈਂ ਤੈਨੂੰ ਤਾਂ ਦੱਸਿਆਗਾ ਵੀ ਤੂੰ ਮੈਨੂੰ ਸਿਗਰਟ ਪਈ, ਮੈਨੂੰ ਤੂੰ ਦਿਲ ਦਾ ਚੰਗਾ ਬੰਦਾ ਲੱਗਿਆ। ਮੈਂ ਜੇਲ੍ਹ 'ਚੋਂ ਉਹਨੇ ਉਹੀ ਗੱਲ ਫੇਰ ਰਿਪੀਟ ਕੀਤੀ, ਮੈਂ ਜੇਲ੍ਹ 'ਚੋਂ ਭੱਜਣਾ ਨਹੀਂ ਚਾਹੁੰਦਾ, ਪਰ ਮੈਂ ਜੇਲ੍ਹ ਦਾ ਜਿਹੜਾ ਸਿਸਟਮ ਹੈ ਵੀ ਉਹ ਤੋਂ ਮੈਂ ਅੱਕ ਚੁੱਕਿਆਗਾ ਵੀ ਜੇਲ੍ਹ ਦੇ ਵਿੱਚ ਬਹੁਤ ਮਾੜਾ ਵਿਹਾਰ ਹੁੰਦਾ ਕੈਦੀਆਂ ਦੇ ਨਾਲ, ਵੀ ਮੈਂ ਇਸ ਸਿਸਟਮ ਨੂੰ ਬਦਲਣਾ ਚਾਹੁੰਦਾ ਅਤੇ ਮੈਂ ਅਦਾਲਤ ਦੇ ਵਿੱਚ ਆਪਦਾ ਸਰੈਂਡਰ ਕਰਨਾ ਚਾਹੁੰਦਾ ਅਤੇ ਮੈਂ ਆਪਦੀ ਜਿਹੜੀ ਇਹ ਆਪਦਾ ਪੱਖ ਆ ਇਹ ਜੱਜ ਦੇ ਮੂਹਰੇ ਰੱਖਣਾ ਚਾਹੁੰਦਾ। ਉਹ ਬੰਦਾ ਚੰਗਾ ਸੀ ਪੁਲਿਸ ਵਾਲਾ, ਉਹਨੇ ਉਹ ਪੁਲਿਸ ਵਾਲੇ ਅਧਿਕਾਰੀ ਨੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੱਜ ਦੇ ਮੂਹਰੇ ਆਪਦਾ ਉਹਨੇ ਪੱਖ ਰੱਖਿਆ ਤਾਂ ਬਕਾਇਦਾ ਅਦਾਲਤ ਨੇ ਉਹਦੀ ਗੱਲ ਸੁਣੀ ਅਤੇ ਉਸ 'ਤੇ ਅਮਲ ਕੀਤਾ। ਜਾਪਾਨ ਦੀਆਂ ਸਾਰੀਆਂ ਜੇਲ੍ਹਾਂ ਦਾ ਜਿਹੜਾ ਸੁਧਾਰ ਹੋ ਗਿਆ, ਕੈਦੀਆਂ ਦੇ ਨਾਲ ਜਿਹੜਾ ਗੈਰ ਮਨੁੱਖੀ ਵਰਤਾਓ ਹੁੰਦਾ ਸੀ ਉਹ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਵੇਂ ਉਹਨੇ ਪਹਿਲੀ ਸਜ਼ਾ ਵੇਲੇ ਕਿਹਾ ਸੀ ਵੀ ਮੈਨੂੰ ਟੋਕੀਓ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ, ਟੋਕੀਓ ਦਾ ਮੌਸਮ ਬਹੁਤ ਵਧੀਆ ਹੈਗਾ, ਤਾਂ ਉਹਨਾਂ ਨੇ ਉਹਨੂੰ ਉਸੇ ਤਰ੍ਹਾਂ ਹੀ ਟੋਕੀਓ ਸ਼ਹਿਰ ਦੀ ਜੇਲ੍ਹ ਵਿੱਚ ਭੇਜ ਦਿੱਤਾ। ਅਤੇ ਜਿਹੜਾ ਉਹ 'ਤੇ ਕਤਲ ਦਾ ਕੇਸ ਪਿਆ ਸੀ, ਕਿਸਾਨ ਦੀ ਕਤਲ ਦਾ, ਉਹਦੇ 'ਤੇ ਵੀ ਦੁਬਾਰਾ ਸੁਣਵਾਈ ਹੋਈ ਤਾਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਐਕਸੀਡੈਂਟਲੀ ਮੌਤ ਹੋਈ ਸੀ, ਨਾ ਕਿ ਉਹਨੇ ਜਾਣਬੁੱਝ ਕੇ ਉਹਨੂੰ ਮਾਰਿਆ ਸੀ। ਤਾਂ ਉਹਦੀ ਉਹ ਸਜ਼ਾ ਮੌਤ ਦੀ ਜਿਹੜੀ ਸਜ਼ਾ ਸੀ ਉਸ ਤੋਂ ਵੀ ਉਹਨੂੰ ਮਾफ़ ਕਰ ਦਿੱਤਾ ਗਿਆ। ਜਿਹੜੀ ਰਹਿੰਦੀ ਉਹਦੀ ਸਜ਼ਾ ਅਦਾਲਤ ਨੇ ਦਿੱਤੀ, ਉਹਨੂੰ ਭੁਗਤਣ ਤੋਂ ਬਾਅਦ ਮੁੜ ਕੇ ਉਹ ਬਾਹਰ ਆਇਆ, ਨੋਰਮਲ ਜ਼ਿੰਦਗੀ ਦੇ ਵਿੱਚ ਆਇਆ। ਆ ਕੇ ਉਹਨੇ ਦੇਖਿਆ ਉਹਦੀ ਜਿਹੜੀ ਪਤਨੀ ਆ ਜਹਾਨ ਤੋਂ ਜਾ ਚੁੱਕੀ ਸੀ। ਮੁੜ ਕੇ ਉਹ ਜਿਹੜਾ ਪਿੱਛੇ ਉਹਦੇ ਇੱਕ ਬੱਚੀ ਰਹਿ ਗਈ ਸੀ ਉਹਦੇ ਬੱਚਿਆਂ ਦੇ ਵਿੱਚੋਂ, ਤਾਂ ਉਹ ਬੱਚੀ ਦੇ ਨਾਲ ਉਹਨੇ 19 ਸਾਲ ਤੱਕ ਜ਼ਿੰਦਗੀ ਬਤੀਤ ਕੀਤੀ ਜਾਪਾਨ ਦੇ ਵਿੱਚ। 19 ਸਾਲਾਂ ਬਾਅਦ ਸੀਰਾ ਤੋਰੀ ਨੂੰ ਹਾਰਟ ਅਟੈਕ ਦੇ ਨਾਲ ਹੀ ਸੀਰਾ ਤੋਰੀ ਦੀ ਮੌਤ ਹੋ ਗਈ। ਇਹ ਸੀਗਾ ਜੋਸ਼ੇ ਸੀਰਾ ਤੋਰੀ, ਜਿਹਨੇ ਵਾਰੀ ਜੇਲ੍ਹ ਦੇ ਵਿੱਚੋਂ 3 ਦਿਨ 72 ਘੰਟਿਆਂ ਵਾਸਤੇ ਫਰਾਰ ਹੋਇਆ, ਦੂਜੀ ਵਾਰੀ ਜੇਲ੍ਹ ਦੇ ਵਿੱਚੋਂ 3 ਮਹੀਨਿਆਂ ਵਾਸਤੇ ਫਰਾਰ ਹੋਇਆ। ਜੋ ਤੀਜੀ ਵਾਰੀ ਜੇਲ੍ਹ ਦੇ ਵਿੱਚੋਂ ਫਰਾਰ ਹੋਇਆ ਤਾਂ 2 ਸਾਲ ਤੱਕ ਜਿਵੇਂ ਆਪਾਂ ਦੱਸਿਆ ਸੀ ਗੁਫਾ ਦੇ ਵਿੱਚ ਰਿਹਾ। ਤਾਂ ਹੁਣ ਉਹ ਚੌਥੀ ਵਾਰੀ ਜੇਲ੍ਹ ਜਿਹੜੀ ਆਪਾਂ ਤੁਹਾਨੂੰ ਬ੍ਰੇਕ ਸੁਣਾਈ ਚੁੱਕੇ ਹਾਂ ਅਤੇ ਉਹ ਮਤਲਬ ਉਹਦੀ ਸਜ਼ਾ ਪੂਰੀ ਕਰਕੇ 5ਵੀਂ ਵੇਰ ਵਾਲੀ ਤਾਂ ਉਹਨੇ ਇੱਕ ਨੋਰਮਲ ਇਨਸਾਨ ਦੀ ਜ਼ਿੰਦਗੀ ਜੀਣੀ ਆ। ਇਹ ਸੀਗੀ ਜੋਸ਼ੇ ਸੀਰਾ ਤੋਰੀ ਦੀ ਕਹਾਣੀ। ਮੈਨੂੰ ਲੱਗਿਆ ਮੈਂ ਤੁਹਾਨੂੰ ਸੁਣਾਵਾਂ, ਤੁਹਾਨੂੰ ਵਧੀਆ ਲੱਗੂਗਾ ਕਿਉਂਕਿ ਮੈਨੂੰ ਵਧੀਆ ਲੱਗੀ ਸੀ ਇਹ। ਤੁਸੀਂ ਇਹਨੂੰ ਦੱਬ ਕੇ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਸੀਂ ਅੱਗੇ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਤਾਂ ਜੋ ਸਾਨੂੰ ਵੀ ਇਹ ਵੱਧ ਤੋਂ ਵੱਧ ਤੁਸੀਂ ਲਾਈਕ ਕਰੋ, ਕਮੈਂਟ ਕਰੋ, ਸਾਨੂੰ ਵੀ ਹੌਸਲਾ ਮਿਲੇ। ਅਸੀਂ ਵੀਡੀਓ ਇਹ ਨਵੀਂ ਸੀਰੀਜ਼ ਸਟਾਰਟ ਕੀਤੀ ਆ ਤਾਂ ਅੱਗੇ ਵੀ ਸਾਨੂੰ ਇੱਕ ਜੋਸ਼ ਮਿਲੂਗਾ ਵੀ ਅਸੀਂ ਇਸ ਤਰ੍ਹਾਂ ਦਾ ਕੰਮ ਕਰੀਏ।